ਉਹ ਮਨ ਕੀ ਬਾਤ ਪਕਾਉਣੀ ਚਾਹੁੰਦਾ ਵੀ ਮੈਂ ਕਹਿੰਦਾ ਦੂਜੀਆਂ ਪੈਸੰਜਰ ਗੱਡੀਆਂ ਨਾਲ ਚਲਾਓ। ਅਸੀਂ ਕਹਿੰਦੇ ਆ ਤੂੰ ਰੇਲ ਗੱਡੀਆਂ ਲਿਆ ਤਾਂ ਸਹੀ, ਅਸੀਂ ਜਦੇ ਮੀਟਿੰਗ ਸੱਦ ਲਾਂਗੇ, ਖਬਰਾਂ ਪੈਸੰਜਰ ਵੀ ਚਲਾ ਰਹੀ, ਪਰ ਤੇਰੀ ਮਨ ਕੀ ਬਾਤ ਹੈ ਨਹੀਂ ਪੁੱਗਣ ਦਿੰਦੇ। ਪੀ ਲਿਆ ਹੈ ਖੂਨ ਨੀ ਤੂੰ ਸੱਚ ਦਿਆਂ ਆਸ਼ਕਾਂ ਦਾ, ਤੈਨੂੰ ਮਿੱਟੀ ਵਿੱਚ ਦੇਵਾਂਗੇ ਮਲਾ ਨਹੀਂ ਦਿੱਲੀਏ, ਮਿੱਟੀ ਵਿੱਚ ਦੇਵਾਂਗੇ ਮਲਾ। ਦਿੱਲੀ ਦੀ ਹਕੂਮਤ ਤੇਰੀ ਲੋਕਾਂ ਦੀ ਵੈਰ ਨੇ, ਲੋਕ ਹੜ ਲੈ ਜੂਗਾ ਹੜਾ। ਜਾਂ ਮਨਜੀਤ ਸਿੰਘ ਧਨੇਰ ਇਹਨਾਂ ਤਰਨਾਟਾਂ ਦੇ ਕੋਲੇ ਵਿਕੂਗਾ ਤਾਂ ਨਹੀਂ? ਮੋਦੀ ਨੂੰ 56 ਇੰਚ ਦੀ ਛਾਤੀ ਨੂੰ 46 ਦੀ ਕਰ ਲੈਣਾ ਚਾਹੀਦਾ, ਸਮਝ ਲੈਣਾ ਚਾਹੀਦਾ ਵੀ ਲੋਕ ਹੜ ਕੀ ਹੁੰਦਾ। ਮੇਰੇ ਕੋਲ ਪੈਲੀ ਘੱਟ ਵੀ ਆ, ਜ਼ਮੀਨ ਜਿਹਨੂੰ ਕਹਿੰਦੇ ਜ਼ਮੀਨ ਘੱਟ ਆ, ਮੇਰੇ ਕੋਲ ਜ਼ਮੀਨ ਬਹੁਤ ਤਕੜੀ ਆ। ਲੋਕੋ ਬਾਜ ਆ ਜੋ ਝੂਠੇ ਲੀਡਰਾਂ ਤੋਂ, ਇਹ ਕੰਪਨੀਆਂ ਨੂੰ ਨਹੀਂ ਪੈਰ ਧਰ ਦਿੰਦੇ। ਅਸੀਂ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਜਿਹੜੀਆਂ ਹੈਗੀਆਂ ਆ, ਅਸੀਂ ਤਾਹੀ ਘੇਰ ਕੇ ਦਿਖਾਇਆ ਉਹਨੂੰ, ਟ੍ਰੇਲਰ ਦਿਖਾ ਰਹੇ ਆ। ਦੀ ਪੂੰਜੀ ਨੂੰ ਨਾਗ ਬਣ ਕੇ ਆਪੇ ਹੀ ਸਾਂਭਦੇ ਤੇ ਆਪੇ ਹੀ ਖੱਟ ਜਾਂਦੇ, ਵਾਅਦੇ ਕਰਦੇ ਨੇ ਕੱਚੀ ਮਸ਼ੂਕ ਵਾਂਗੂ, ਆਪੇ ਹੀ ਥੁੱਕਦੇ ਤੇ ਆਪੇ ਹੀ ਚੱਟ ਜਾਂਦੇ। ਤੇ ਕੱਚੀ ਮਸ਼ੂਕ ਵਾਲਾ ਹਾਲ ਸੀ ਜਦੋਂ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਭਾਜਪਾ ਤੋਂ, ਕੁਰਸੀ ਛੱਡਣ ਨੂੰ ਕਿਤੇ ਜੀ ਕਰਦਾ ਕਿਸੇ ਦਾ, ਮਸਾ ਤਾਂ ਮਿਲਦੀ ਆ ਵਿਚਾਰੀ, ਉਹ ਛੱਡਣ ਨਹੀਂ ਸੀ। ਉਧਰ ਤਾਂ ਲੋਕਾਂ ਦੇ ਛਿੱਤਰਾਂ ਤੋਂ ਡਰ ਲੱਗਦਾ ਸੀ। ਪਰ ਜਦੋਂ ਮੈਂ ਮਤਲਬ ਜੇਲ੍ਹ ਦੀ ਕਾਲ ਕੋਠੜੀ ਚੋਂ ਬਾਹਰ ਪੈਰ ਧਰਿਆ, ਮੈਂ ਉਦੋਂ ਹੀ ਜਦੋਂ ਦੁਆਰੇ ਝੰਡਾ ਫੜਿਆ ਜਥੇਬੰਦੀ ਦਾ, ਉਦੋਂ ਐਲਾਨ ਕੀਤਾ ਸਟੇਜ ਤੇ ਆ ਕੇ ਵੀ ਅੱਜ ਤੋਂ ਮੇਰਾ ਜਿਹੜਾ ਸੀਸ ਆ ਇਹ ਲੋਕਾਂ ਵਾਸਤੇ ਹਾਜ਼ਰ ਹੈ। ਆਹ ਦਫ਼ਤਰ ਜੇ ਖੋਲਣ ਨੂੰ ਫਿਰਦੇ ਨੇ ਇਹ ਜਿਹੜੇ ਉਹਨਾਂ ਦੇ ਬਣੇ ਆ ਚੇਲੇ ਚਾਰਡੇ ਭਾਜਪਾ ਮੋਦੀ ਵਾਲੇ, ਦਫ਼ਤਰ ਕੀ ਮੈਨੂੰ ਐ ਲੱਗੀ ਜਾਂਦਾ ਵੀ ਇਹ ਘਰ ਹੀ ਰੱਖ ਲੈਣਾ ਵਧੀਆ। ਲੋਕਾਂ ਨੂੰ ਗੁੱਸਾ ਬਹੁਤ ਆਈ ਜਾਂਦਾ, ਅਸੀਂ ਅਜੇ ਸਮਝਾਏ ਹੋਏ ਨੇ। ਦਿੱਲੀ ਵਾਲੇ ਕਿਹੜਾ ਗਾਹਾਂ ਬਾਰਡਰ ਤੇ ਮਤਲਬ ਅਮਰੀਕਾ ਵਾਲੀ ਮਿਲਟਰੀ ਲਿਆਈ ਖੜੇ ਆ, ਅਸੀਂ ਜਿੰਨੇ ਜਾਵਾਂਗੇ ਪ੍ਰੋਟੈਸਟ ਹੋਣਾ। ਤੇ ਮੋਦੀ ਮਨ ਕੀ ਬਾਤ ਹੁਣ ਐ ਦੇਖਦੇ ਦੁਬਾਰੇ ਸੋਚ ਕੇ ਵੀ ਮਨ ਕੀ ਹੁਣ ਤਾਂ ਪੁੱਗਣੀ ਨਹੀਂ, ਜਾਂ ਫਿਰ ਵਾਧੂ ਗਾਹਾਂ ਹਿਟਲਰ ਵਾਲੀ ਹੋਊ ਇਹਦੇ ਨਾਲ। ਸਾਡੇ ਸੁਪਨੇ ਟੁੱਟੇ ਤਿਉਹਾਰ ਖੁੱਸੇ, ਇਹਨਾਂ ਲੀਡਰਾਂ ਲੁੱਟਿਆ ਹਰ ਮੋੜ ਸਾਨੂੰ। ਸੜਕਾਂ ਤੇ ਆਏ ਪੰਜਾਬ ਦੇ ਜਾਏ, ਹੁਣ ਲੜਨਾ ਪਊਗਾ ਲੰਮਾ ਘੋਲ ਸਾਨੂੰ, ਹੁਣ ਲੜਨਾ ਪਊਗਾ ਲੰਮਾ ਘੋਲ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ RMB ਟੈਲੀਵਿਜ਼ਨ ਦੇਖ ਰਹੇ ਹੋ, ਮੈਂ ਹਾਂ ਜਸ ਗਰੇਵਾਲ। ਜਵਾਨੀ ਤੇ ਕਿਸਾਨੀ ਦਿੱਲੀ ਦੀ ਹਿੱਕ ਤੇ ਪੈਰ ਧਰਨ ਨੂੰ ਤਿਆਰ ਆ। 26-27 ਤਰੀਕ ਤੈਅ ਹੋਈ ਆ ਜਦੋਂ ਕਿਸਾਨਾਂ ਦੇ ਪੈਰ ਜਿਹੜੇ ਆ ਦਿੱਲੀ ਦੀ ਸਰਹੱਦ ਵੱਲ ਪੈਣਗੇ। ਪਰ ਇੱਕ ਗੱਲ ਜਿਹੜੀ ਵਿਚਾਰਨਯੋਗ ਆ ਕਿ ਇੰਨਾ ਲੰਮਾ ਸੰਘਰਸ਼ ਹੋ ਚੱਲਿਆ, 60-65 ਦਿਨ ਹੋਰ ਚੱਲੇ ਆ ਜਵਾਨੀ ਕਿਸਾਨੀ ਨੂੰ ਸੜਕਾਂ ਤੇ। ਸਰਕਾਰ ਦੇ ਕੰਨਾਂ ਤੇ ਹਾਲੇ ਤੱਕ ਜੂੰ ਕਿਉਂ ਨਹੀਂ ਸਰਕ ਰਹੀ, ਜਿਸ ਹਰ ਹੱਦ ਤੱਕ ਸਰਕਣੀ ਚਾਹੀਦੀ ਸੀ। ਤੇ ਜੇਕਰ ਇਹ ਜਦੋਂ ਦਿੱਲੀ ਦੀਆਂ ਸੜਕਾਂ ਤੇ ਕਿਸਾਨੀ ਦੇ ਪੈਰ ਪੈਂਦੇ ਆ, ਦਿੱਲੀ ਦੀ ਸਰਹੱਦ ਦੇ ਵਿੱਚ ਕਿਸਾਨੀ ਦੇ ਪੈਰ ਪੈਂਦੇ ਆ, ਜੇ ਉਦੋਂ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ ਤਾਂ ਕੀ ਹੋਵੇਗਾ? ਜਾਂ ਇਹ ਸੰਘਰਸ਼ ਜਿਹੜਾ ਆ ਦਿੱਲੀ ਤੋਂ ਕਿੰਨਾ ਹੋਰ ਲੰਮਾ ਚੱਲੇਗਾ ਦਿੱਲੀ ਦੇ ਵਿੱਚ? ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਮਨਜੀਤ ਸਿੰਘ ਧਨੇਰ ਹੋਣਗੇ। ਧਨੇਰ ਸਾਹਿਬ ਦੇ ਨਾਲ ਗੱਲਬਾਤ ਰਹੇਗੀ। ਸਭ ਤੋਂ ਪਹਿਲਾਂ ਧਨੇਰ ਸਾਹਿਬ ਦਾ ਸਵਾਗਤ ਕਰਦੇ ਹਾਂ। ਧਨੇਰ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਵਾਗਤ ਜੀ, RMB ਟੈਲੀਵਿਜ਼ਨ ਦਾ ਬਹੁਤ ਬਹੁਤ ਸਵਾਗਤ। ਧਨੇਰ ਸਾਹਿਬ ਇੱਕ ਗੱਲ ਦੱਸਿਓ, ਪਹਿਲਾਂ 3 ਬਿੱਲ ਪਾਸ ਹੁੰਦੇ ਆ, ਉਸ ਤੋਂ ਬਾਅਦ ਜਾਂ ਇਉਂ ਕਹ ਲਈਏ ਥੋਪੇ ਜਾਂਦੇ ਆ, ਉਸ ਤੋਂ ਬਾਅਦ ਫਿਰ ਪਰਾਲੀ ਵਾਲਾ ਪਾਸ ਹੋ ਜਾਂਦਾ ਆ, ਉਹ ਵੀ ਥੋਪ ਦਿੱਤਾ ਜਾਂਦਾ ਆ, ਫਿਰ ਬਿਜਲੀ ਬਿੱਲ ਦੀ ਗੱਲ ਕਰ ਲਈਏ। ਮਤਲਬ ਸਰਕਾਰ ਚਾਹੁੰਦੀ ਕੀ ਆ? ਕਿਉਂਕਿ ਜਿਹੜੇ ਪਹਿਲੇ ਬਿੱਲ ਸੀ ਉਹ ਹਜੇ ਕਿਸੇ ਤਣਪੱਤ ਨਹੀਂ ਲੱਗੇ। ਅਸੀਂ ਉਹਨਾਂ ਬਿੱਲਾਂ ਦੇ ਕਾਰਨ ਹੀ ਸੜਕਾਂ ਤੇ, ਉਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਸੜਕਾਂ ਤੇ ਆ। ਸਰਕਾਰ ਉਸ ਤੋਂ ਬਾਅਦ ਥੋਪਦੀ ਜਾ ਰਹੀ ਆ। ਅਸਲ ਦੇ ਵਿੱਚ ਸਰਕਾਰ ਚਾਹੁੰਦੀ ਕੀ ਆ? ਸਰਕਾਰ ਦਾ ਇਹ ਰੁਖ ਸਰਕਾਰ ਨੇ ਕਿਉਂ ਅਖਤਿਆਰ ਕੀਤਾ ਹੋਇਆ? ਦੇਖੋ, ਮੈਨੂੰ ਨਾ ਸਰਕਾਰ ਲਫ਼ਜ਼ ਕਹਿੰਦੇ ਆ ਵੀ ਜੱਕ ਜੀ ਆਉਂਦੀ ਆ। ਅਸਲ ਜਿਹੜੀ ਸਰਕਾਰ ਹੁੰਦੀ ਆ ਲੋਕਾਂ ਦੀ ਚੁਣੀ ਹੋਈ ਜੀ, ਉਹ ਲੋਕਾਂ ਦੀ ਮੰਗ ਨੂੰ ਭਾਂਪਦੀ ਹੁੰਦੀ ਆ। ਇਹ ਤਾਂ ਮੈਨੂੰ ਅਸਲ 'ਚ ਜਿਵੇਂ ਮੋਦੀ ਵੀ ਸਾਰੇ ਸਿਸਟਮ ਨੂੰ ਚਲਾ ਰਿਹਾ ਤੇ ਮੋਦੀ ਦੇ ਮਗਰ ਜਿਹੜੇ ਘਰਾੜੇ ਖੜੇ ਆ, WTO ਦੀ ਜਿਹੜੀ ਮਤਲਬ ਸੰਸਥਾ, ਜਿਹੜੀ ਵਿਸ਼ਵ ਵਪਾਰ ਸੰਸਥਾ, ਜਿਹੜੀਆਂ ਨੀਤੀਆਂ ਉਹਨੇ ਤੈਅ ਕੀਤੀਆਂ ਹੋਈਆਂ, ਉਹਨਾਂ ਨੂੰ ਭਾਰਤ ਦੇ ਵਿੱਚ ਕਿਵੇਂ ਲਾਗੂ ਕਰਾਉਣਾ। ਅਸਲ 'ਚ ਮੋਦੀ, ਮੈਂ ਕਹਿੰਦਾ ਲੋਕਾਂ ਦਾ ਨੁਮਾਇੰਦਾ ਨਹੀਂ ਹੈ, ਉਹਨਾਂ ਦਾ ਨੁਮਾਇੰਦਾ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਮੈਨੂੰ ਲੱਗਦਾ, ਜੋ ਮੋਦੀ ਕਰ ਰਿਹਾ ਉਹਨੂੰ ਐਂ ਕਰਨਾ ਸੀ ਤੇ ਇਹੀ ਆਸ ਸੀ ਉਹ ਤੋਂ। ਜਦੋਂ ਵੀ ਤੁਸੀਂ ਦੇਖੋ ਇਹ ਤੋਂ ਪਹਿਲੀਆਂ ਜਿਹੜੀਆਂ ਉਹ ਚੱਲੀਆਂ ਨੇ, ਮਤਲਬ ਨੋਟਬੰਦੀ ਵਾਲੀ ਬਿਲਕੁਲ, ਜਾਂ ਮਤਲਬ ਜਿਹੜੀ GST ਵਾਲੀ, ਉਹ ਸਾਰੀਆਂ 'ਚ ਮਨ ਕੀ ਬਾਤ ਹੋਈ ਆ। ਹਾਂ ਬਿਲਕੁਲ, ਮਨ ਕੀ ਬਾਤ ਹੀ ਇਹ ਹੈ, ਕਿਉਂਕਿ ਸਰਕਾਰ ਦੀ ਬਾਤ ਨਹੀਂ ਮੈਂ ਕਹਿੰਦਾ ਇਹ, ਮੈਂ ਤਾਂ ਕਹਿੰਦਾ ਮੋਦੀ ਦੀ ਮਨ ਕੀ ਬਾਤ ਆ। ਅਸਲ 'ਚ ਮੋਦੀ ਦੀ ਮਨ ਕੀ ਬਾਤ ਨੂੰ ਪਹਿਲੀ ਵਾਰੀ
ਮੂਰੇ ਚੈਲੰਜ ਹੋਇਆ ਡਟਮਾ ਜੇ ਆਪਾਂ ਕਹਿ ਲਈਏ। ਚਲੋ ਸੀਏ ਵਾਲੇ ਚ ਵੀ ਲੋਕ ਭਿੜੇ ਜਦੋਂ ਮਤਲਬ ਸੀਏ ਵਾਲੇ ਦੇ ਮਤਲਬ ਲੈ ਕੇ ਆਏ ਆ ਮਤਲਬ ਮੁਸਲਮਾਨਾਂ ਦੇ ਖਿਲਾਫ, ਬਿਲਕੁਲ ਉਦੋਂ ਵੀ ਜੰਗ ਦੇ ਮੈਦਾਨ ਚ ਆਏ, ਪਰ ਉਹ ਛੇਤੀ ਮਤਲਬ ਕਰੋਨਾ ਦੀ ਆੜ ਹੇਠ ਮਤਲਬ ਉਹ ਵੀ ਮਤਲਬ ਠੰਡਾ ਹੋਇਆ। ਬਿਲਕੁਲ ਆਹ ਕਰੋਨਾ ਦੀ ਆੜ ਦੇ ਵਿੱਚ ਜਿਹੜਾ ਸਾਨੂੰ ਮਤਲਬ ਤੋਹਫਾ ਦਿੱਤਾ ਪੰਜਾਬੀਆਂ ਨੂੰ, ਨਹੀਂ ਇਕੱਲੇ ਭਾਰਤ ਵਾਸੀਆਂ ਨੂੰ ਦਿੱਤਾ ਵੀ ਜਿਹੜੇ ਮਤਲਬ ਉਹ ਪੂੰਜੀਪਤੀ ਘਰਾਣੇ ਆ ਵਿਦੇਸ਼ੀ ਦੇਸੀ ਵੀ ਉਹਨਾਂ ਨੂੰ ਖੇਤੀਬਾੜੀ ਦਾ ਕਾਰੋਬਾਰ ਸੰਭਾਲ ਦਈਏ ਤਾਂ ਫਿਰ ਉਹਦੇ ਵਾਲੀ ਨੌ ਦੇ ਤਾਂ ਪੂਰੀਆਂ ਹੋ ਜਾਣਗੀਆਂ ਸਾਰਾ ਕੁਝ। ਫਿਰ ਆਪੇ ਹੀ ਉਹ ਮਤਲਬ ਪੈਦਾਵਾਰ ਕਰ ਲਿਆ ਕਰਨਗੇ, ਆਪੇ ਹੀ ਵਪਾਰ ਕਿਵੇਂ ਕਰਨਾ ਹੈ ਤੇ ਮਤਲਬ ਮੈਂ ਤਾਂ ਕਹੂੰਗਾ ਅਨਾਜ ਦੀ ਬਲੈਕ ਕਿਵੇਂ ਕਰਨੀ ਹੈ, ਇਹ ਉਹਨਾਂ ਕੰਪਨੀਆਂ ਨੂੰ ਅਸਲ ਸੰਭਾਲਣ ਵਾਸਤੇ ਮਨ ਕੀ ਬਾਤ ਕੀਤੀ ਆ ਮੋਦੀ ਨੇ, ਪਰ ਭੁਲੇਖੇ ਚ ਆ ਉਹ। ਜਿਹੜਾ ਰਾਜਾ ਹੁੰਦਾ ਉਹ ਤਾਂ ਆਪਦੀ ਪ੍ਰਜਾ ਨੂੰ ਖੁਸ਼ ਰੱਖਦਾ ਹੁੰਦਾ ਵੀ ਮੈਂ ਪ੍ਰਜਾ ਦੀ ਗੱਲ ਸੁਣਾ, ਇੱਥੇ ਤਾਂ ਇਹ ਪ੍ਰਜਾ ਨੂੰ ਹੀ ਲੁੱਟਣ ਤੇ ਆ ਗਏ ਤੇ ਫਿਰ ਉਹ ਰਾਜੇ ਨੂੰ ਫਿਰ ਲੱਗਦਾ ਵੀ ਪ੍ਰਜਾ ਜਿਹੜੀ ਆ ਹੁਣ ਉਹਦੇ ਵਰਖਲਾਫ ਹੋ ਚੁੱਕੀ ਆ, ਉਹਦੇ ਉਲਟ ਹੋ ਚੁੱਕੀ ਆ। ਦੇਖੋ ਰਾਜੇ ਨੂੰ ਪਤਾ ਵੀ ਪ੍ਰਜਾ ਮੇਰੇ ਉਲਟ ਹੈ, ਪਰ ਇੱਕ ਨਾ ਪੰਜਾਬੀ 'ਚ ਮਤਲਬ ਚੱਲਦੀ ਹੁੰਦੀ ਸੀ ਵੀ ਜਿਹੜੇ ਪਹਿਲੇ ਰਾਜੇ ਹੁੰਦੇ ਸੀ ਜਾਂ ਮਤਲਬ ਉਹ ਮਤਲਬ ਉਹਨਾਂ ਦੇ ਝੋਲੀ ਚੁੱਕ ਹੁੰਦੇ ਸੀ ਜਿਹੜੇ ਪਾਸੇ ਜਿਹਨੂੰ ਕਹਿੰਦੇ ਉਹਨੇ ਮਰਾਸੀ ਪੁਣਾ ਕਰਦੇ ਹੁੰਦੇ ਸੀ ਵੀ ਰਾਜੇ ਨੂੰ ਠੀਕ ਹੀ ਕਹਿਣਾ ਉਹਨਾਂ ਨੇ, ਜਿਹੜਾ ਕੋਈ ਮਰਜ਼ੀ ਕਹੀ ਜਾਣਾ। ਜਿਹੜਾ ਗੋਦੀ ਮੀਡੀਆ ਅਸਲ ਦੇ ਵਿੱਚ ਉਹ ਮੋਦੀ ਨੂੰ ਮਤਲਬ ਸੰਭਾਲਣ ਤੇ ਲੱਗਿਆ ਹੋਇਆ। ਗੋਦੀ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਵੀ ਐਵੇਂ ਮਤਲਬ ਚਾਨਣ ਨੂੰ ਹਨੇਰੇ ਨੂੰ ਚਾਨਣ ਕਰਕੇ ਦਿਖਾਈ ਜਾਣਾ ਬਈ ਲੋਕ ਪੱਖੀ ਮਤਲਬ ਲੋਕਾਂ ਦੀ ਗੱਲ ਨਾ ਕਹਿਣਾ। ਉਹ ਮੋਦੀ ਦੀ ਮਨ ਕੀ ਬਾਤ ਹੈ ਜਿਹੜੀ ਉਹਦੇ ਨਾਲ ਉਹਨੂੰ ਖੁਸ਼ ਰੱਖਿਆ ਹੋਇਆ। ਮੈਨੂੰ ਲੱਗਦਾ ਵੀ ਜੇ ਮਤਲਬ ਗੋਦੀ ਮੀਡੀਆ ਦਾ ਰੋਲ ਵੀ ਸਹੀ ਹੁੰਦਾ ਤਾਂ ਜਿਹੜੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਉੱਥੇ ਜਾਂਦੀਆਂ ਤਾਂ ਲਾਜ਼ਮੀ ਮਤਲਬ ਜਿਹੜਾ ਮੋਦੀ ਸੀ ਜਾਂ ਮੋਦੀ ਦੇ ਜਿਹੜੇ ਪਿੱਛੇ ਖੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਇਹ ਕੋਈ ਹੋਰ ਨਵੀਂ ਯੋਜਨਾ ਬਣਾਉਣੀ ਪੈਂਦੀ, ਜਾਣੀ ਸਿੱਧੇ ਨਹੀਂ ਸੀ ਲੁੱਟ ਸਕਦੇ। ਅੱਛਾ, ਗੋਦੀ ਮੀਡੀਆ ਦੀ ਗੱਲ ਚੱਲੀ ਹੈ, ਜਿੱਦਾਂ ਆਪਾਂ ਆਫ ਰਿਕਾਰਡ ਗੱਲ ਕਰ ਰਹੀ, ਤੁਸੀਂ ਕਹਿ ਰਹੇ ਸੀ ਕਿ ਜਿਹੜੇ ਦਿੱਲੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਮੀਡੀਆ ਅੰਦਰ ਸੀਗਾ, ਤਾਂ ਇਹ ਉਸ ਸਮੇਂ ਉਹਨਾਂ ਦਾ ਰਵੱਈਆ ਕਿੱਦਾਂ ਦਾ ਸੀ ਜਾਂ ਉਹ ਕਿਸ ਯੋਜਨਾ ਦੇ ਵਿੱਚ ਲੱਗੇ ਹੋਏ ਸੀ? ਦੇਖੋ ਉਹਨਾਂ ਦਾ ਤਾਂ ਉਹ ਗੋਦੀ ਮੀਡੀਆ ਆਪਦਾ ਸਹੀ ਰੋਲ ਕਰ ਹੀ ਰਿਹਾ ਸੀ। ਜਿਹੜਾ ਮਤਲਬ ਲੋਕਾਂ ਦਾ ਸੀ, ਕੁਝ ਲੋਕ ਹਾਂ ਪੱਖੀ ਹੈ, ਉਹ ਤਾਂ ਵਿਚਾਰੇ ਮਤਲਬ ਸ਼ਾਮ 6 ਵਜੇ ਤੱਕ ਡੀਕਦੇ ਰਹੇ ਬਾਹਰ ਗੇਟਾਂ ਤੇ ਹੀ, ਮਤਲਬ ਸੈਂਕੜਿਆਂ ਦੀ ਗਿਣਤੀ ਵਿੱਚ ਸੀਗੇ। ਜਿਹੜੇ ਉਹਨਾਂ ਦੇ 5-7 ਇਨਾਮੀ ਸੀਗੇ ਉਹ ਸਵੇਰ ਤੋਂ ਹੀ ਘੁੰਮ ਰਹੇ ਸੀ ਕਿਤੇ, ਮਤਲਬ ਕਿਸਾਨਾਂ ਨੂੰ ਮੰਤਰੀਆਂ ਨਾਲ ਮਤਲਬ ਜਿਹੜਾ ਸੀ ਡਿਨਰ ਕਰਦੇ ਦਿਖਾਇਆ ਗਿਆ, ਦੇਖੋ ਜੀ ਕਿੰਨੀ ਸਾਂਝ ਆ। ਪਰ ਮਾਂ ਦੇ ਪੁੱਤਾਂ ਨੇ ਜਿਹੜੀ ਬਹਿਸ ਕੀਤੀ ਆ ਸਾਡੇ ਕਿਸਾਨਾਂ ਨੇ, ਜਿਹੜੇ ਅਸੀਂ ਨੁਮਾਇੰਦੇ ਚੁਣ ਕੇ ਉਹਨਾਂ ਤੇ ਸਵਾਲ ਕੀਤੇ ਮੰਤਰੀਆਂ ਤੇ ਵੀ ਇਹਨਾਂ ਗੱਲਾਂ ਦਾ ਜਵਾਬ ਦਿਓ ਵੀ ਕਰੋਨਾ ਜੀ ਇਹ ਕਿਉਂ ਲਿਆਂਦੇ ਤੁਸੀਂ ਕਾਨੂੰਨ ਆ ਜਿਹੜੇ, ਤੇ ਕਰੋਨਾ 'ਚ ਲਿਆਉਣ ਤੋਂ ਪਹਿਲਾਂ ਵੀ ਕਿਸਾਨਾਂ ਦੀ ਤਾਂ ਮੰਗ ਹੀ ਹੈ ਨਹੀਂ, ਨਾ ਪਹਿਲਾਂ ਸੀ ਨਾ ਹੁਣ ਹੈ। ਬਿਲਕੁਲ। ਤੇ ਫਿਰ ਤੁਸੀਂ ਇਹ ਕਿਸਾਨਾਂ ਦੇ ਅੱਛੇ ਦਿਨਾਂ ਦਾ ਇੰਨਾ ਫਿਕਰ ਕਿਉਂ ਕਰਤਾ? ਕਰੋਨਾ 'ਚ ਹੀ ਮਤਲਬ ਆਰਡੀਨੈਂਸ ਲਿਆਂਦਾ, ਕਰੋਨਾ 'ਚ ਹੀ ਛੇਤੀ ਤੁਸੀਂ ਕਾਨੂੰਨ ਵੀ ਬਣਾਤੇ ਹੋ। ਉਹਨਾਂ ਨੂੰ ਕਿਸੇ ਗੱਲ ਦਾ ਜਵਾਬ ਨਹੀਂ ਆਇਆ। ਪਰ ਇਹ ਮੋਦੀ ਮੀਡੀਆ ਨੇ, ਗੋਦੀ ਮੀਡੀਆ ਨੇ ਉਹ ਨਹੀਂ ਦਿਖਾਇਆ ਲੋਕਾਂ ਨੂੰ ਵੀ ਕਿਸਾਨ ਭਿੜੇ ਕਿਵੇਂ ਆ, ਉਹ ਨਹੀਂ ਦਿਖਾਇਆ। ਅੱਛਾ, ਇੱਕ ਚੀਜ਼ ਉੱਥੇ ਮੇਨਲੀ ਰੱਖੀ, ਕਹਿੰਦੇ ਅਸੀਂ ਇੱਕ ਚੀਜ਼ ਚਾਹੁੰਦੇ ਆ ਵੀ MSP ਵਾਲੀ ਸਾਨੂੰ ਪੂਰੇ ਰੂਪ ਦੇ ਵਿੱਚ ਸਾਨੂੰ ਦਿਓ ਕਿ MSP ਤੁਹਾਨੂੰ ਮਿਲੇਗਾ ਹੀ ਮਿਲੇਗਾ। ਇਸ ਚੀਜ਼ ਦਾ ਕੋਈ ਨਾ ਕੋਈ ਜਵਾਬ ਉਹਨਾਂ ਕੋਲੇ ਸੀਗਾ? ਉਹ ਕਹਿ ਰਹੇ ਸੀ ਕਿ ਅਸੀਂ MSP ਦੇਵਾਂਗੇ ਜਾਂ MSP ਦੇ ਕੋਈ ਪੁਖਤਾ ਜਵਾਬ ਮਿਲਿਆ ਤੁਹਾਨੂੰ? ਦੇਖੋ MSP ਦਾ ਅਸੀਂ ਇਕੱਲਿਆਂ ਦੀ ਮੰਗ ਨਹੀਂ ਕੀਤੀ, ਇਹ ਸਮਝਣ 'ਚ ਫਰਕ ਹੈ। ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਇਹ ਜਿਹੜੇ ਕਾਲੇ ਕਾਨੂੰਨ ਆ ਨਾ ਉਹ ਰੱਦ ਕਰੋ। ਉਹਦੇ ਵਿੱਚ ਵੀ ਚਲੋ ਜੇ ਤਾਂ ਕੋਈ ਗੱਲਬਾਤ ਚੱਲਦੀ ਹੈ, ਜੇ ਉਹ MSP ਖੜੀ ਰਹੇ, ਜਦੋਂ ਸਰਕਾਰੀ ਮੰਡੀ ਨਾ ਰਹੀ, ਸਰਕਾਰੀ ਮੰਡੀ ਨੇ ਰਹਿਣਾ ਨਹੀਂ। ਜਦੋਂ ਪ੍ਰਾਈਵੇਟ ਦੇ ਦੇਖੋ ਪ੍ਰਾਈਵੇਟ ਸਕੂਲ ਆ ਬਰਾਬਰ ਖੋਲਤਾ, ਬਰਾਬਰ ਜਿਹੜੇ ਸਾਡੇ ਪ੍ਰਾਇਮਰੀ ਸਕੂਲ ਆ ਉਹ ਨਹੀਂ ਰਹੇ ਪ੍ਰਾਇਮਰੀ ਸਕੂਲ ਹੈ ਨਾ, ਇਦਾਂ ਹੀ ਮਤਲਬ ਜਿਹੜੀ ਪ੍ਰਾਈਵੇਟ ਮੰਡੀ ਆ, ਪ੍ਰਾਈਵੇਟ ਮੰਡੀ ਨੇ ਸਰਕਾਰੀ ਮੰਡੀ ਨੂੰ ਖਾ ਜਾਣਾ 2-3 ਸਾਲਾਂ 'ਚ ਨਿਬੇੜ ਦੂਗੀ। ਉਹ ਜਿਹੜੀ ਅਸੀਂ ਕਹਿੰਦੇ ਆ ਜਿਹੜੀਆਂ ਜਿੰਨੀਆਂ ਵੀ ਜਿਨਸਾਂ ਨੇ, ਮਤਲਬ 23 ਜਿਨਸਾਂ ਦੇ ਮਤਲਬ ਮੈਂ ਬੰਨੀ ਆ, ਸਾਡਾ ਇਹ ਹੈ ਵੀ ਉਹਨਾਂ 23 ਨੂੰ ਖਰੀਦਣ ਦੀ ਗਰੰਟੀ ਹੋਵੇ। ਜਿਵੇਂ ਜੀ ਗਰੰਟੀ ਜੀ MSP ਦਾ ਮੱਕੀ ਦਾ ਵੱਜਿਆ ਹੋਇਆ ਪੰਜਾਬ ਦੇ ਵਿੱਚ 1850 ਆ MSP ਤੇ ਵਿਕੀ 600 ਤੋਂ ਲਾ ਕੇ 900 ਤੱਕ। ਸਾਨੂੰ ਪਤਾ ਵੀ ਗਾਹਾਂ ਸਾਰੀਆਂ ਫਸਲਾਂ ਦਾ ਹੀ ਹੋਊਗਾ, ਇਸ ਗੱਲ ਤੋਂ ਨਹੀਂ ਅਸੀਂ ਅਣਜਾਣ। ਅਸੀਂ ਖਰੀਦ ਦੀ ਪੱਕੀ ਗਰੰਟੀ ਤੇ ਮਤਲਬ MSP ਨਾਲ ਹੀ ਜਿਹੜੀ ਮਤਲਬ ਇਹਦੇ 'ਚ ਹੋਰ ਕੋਈ ਦਿੱਕਤਾਂ ਆਉਂਦੀਆਂ ਸੀ ਉਹਨਾਂ ਸਾਰੀਆਂ ਵਾਸਤੇ ਲੜੇ ਕੱਲੀ MSP ਦੀ। ਅੱਛਾ ਧਨੇਰ ਸਾਹਿਬ, ਕੀ ਲੱਗਦਾ ਸਰਕਾਰ ਦੇ ਕੰਨ ਤੇ ਚਲੋ ਹਲਕੀ ਫੁਲਕੀ ਜੂਮ ਮੰਨਦੇ ਆ ਸਰਕਿਆ, ਕਿਉਂਕਿ ਪੰਜਾਬੀ ਦੇ ਵਿੱਚ ਉਸ ਬੰਦੇ ਨੂੰ ਟਵੀਟ ਕਰਨ ਲਾਤਾ, ਮੀਟਿੰਗਾਂ ਕਰ ਰਹੇ ਨੇ, ਪਰ ਉਸ ਹੱਦ ਤੱਕ ਕਿਉਂ ਨਹੀਂ ਸਰਕੀ? ਕਿਉਂਕਿ ਅਸੀਂ ਸੜਕਾਂ ਤੇ ਆ, 60-65 ਦਿਨਾਂ ਦਾ ਸੰਘਰਸ਼ ਬੜਾ ਲੰਮਾ ਹੋ ਗਿਆ ਆ, ਹਾਲੇ ਤੱਕ ਸਰਕਾਰ ਦੇ ਕੰਨ ਤੇ ਉਨੀ ਜੂਮ ਕਿਉਂ ਨਹੀਂ ਸਰਕੀ? ਜਾਂ ਸਰਕਾਰ ਇਹ ਦੇਖਣਾ ਚਾਹੁੰਦੀ ਆ ਵੀ ਪੰਜਾਬ ਦੀ ਕਿਸਾਨੀ ਜਾਂ ਪੂਰੀ ਆਲ ਓਵਰ ਕਿਸਾਨੀ ਜਿਹੜੀ ਆ ਜੁਰਤ ਕਿੰਨੀ ਕੁ ਰੱਖਦੀ ਆ, ਸਾਨੂੰ ਟੱਕਰ ਕਿੱਥੋਂ ਤੱਕ ਦੇ ਸਕਦੀ? ਹਾਂ ਇਹ ਠੀਕ ਹੈ।
ਪਰਖ ਦੀ ਘੜੀ ਹੈ ਸਾਡੀ। ਜਿਹੜਾ ਸਾਡਾ ਦੁਸ਼ਮਣ ਹੈ ਉਹ ਸਾਨੂੰ ਪਰਖਦਾ। ਦੁਸ਼ਮਣ ਮੈਂ ਤੁਹਾਨੂੰ ਦੱਸ ਹੀ ਦਿੱਤੇ ਵੀ ਕਾਰਪੋਰੇਟ ਘਰਾਣੇ ਮੋਦੀ ਦੀ ਪਿੱਠ ਤੇ ਖੜੇ ਆ, ਉਹਨਾਂ ਦੀ ਮਤਲਬ ਪਾਲਿਸੀ ਇਹ ਲਾਗੂ ਕਰ ਰਿਹਾ। ਇਹ ਠੀਕ ਆ ਵੀ ਪਹਿਲਾਂ ਲੜਾਈਆਂ ਦਾ ਰੂਪ ਹੋਰ ਹੁੰਦਾ ਸੀ, ਮਤਲਬ ਬਾਹਰੋਂ ਮਤਲਬ ਆਉਂਦੇ ਸੀ ਬਦਾਲੀ ਹੋਣੀ ਜਾਂ ਹੁਣੇ ਅੰਦਰ ਲਿਆ ਕੇ ਆਪ ਜੀ ਐਂ ਕਹਿ ਕੇ ਮਤਲਬ ਭਾਰਤ ਲਟਾਉਣਾ ਇਹਦੇ। ਨਵੀਂ ਨੀਤੀ 'ਚ ਤੇ ਨਵਾਂ ਹੀ ਸਾਡਾ ਇਤਿਹਾਸ ਹੈ ਜਿਹੜਾ ਮਤਲਬ ਚਲੋ ਪੰਜਾਬ ਤੋਂ ਸ਼ੁਰੂ ਹੋਇਆ। ਭਾਰਤ ਦੇ ਕਿਸਾਨ ਆ ਜਾਂ ਭਾਰਤ ਦੇ ਲੋਕ ਹੈ, ਉਹਨਾਂ ਨੇ ਸਾਨੂੰ ਮਤਲਬ ਸਾਡਾ ਧੰਨਵਾਦ ਵੀ ਕੀਤਾ ਪੰਜਾਬੀ ਕਿਸਾਨਾਂ ਦਾ। ਹੁਣ ਜੇ ਇਹਨੂੰ ਆਪਾਂ ਪਿੱਛੇ ਤੋਂ ਦੇਖੀਏ ਸ਼ੁਰੂ ਕਰੀਏ, ਅਸੀਂ ਜਿੱਤਦੇ ਆ ਰਹੇ ਹਾਂ। ਐ ਨਹੀਂ ਵੀ ਮਤਲਬ ਜਿੱਤੇ ਨਹੀਂ ਅਸੀਂ, ਜੇ ਅਸੀਂ ਜਿੱਤਦੇ ਨਾ ਹੁੰਦੇ ਤਾਂ ਹੁਣ ਅਸੀਂ ਘਰੀ ਜਾ ਮੁੜਦੇ। ਬਿਲਕੁਲ ਅਸੀਂ ਪੈਰ ਤੇ ਜਿੱਤ ਰਹੇ ਹਾਂ। ਦੇਖੋ ਪਹਿਲੀ ਵੱਡੀ ਜਿੱਤ ਤਾਂ ਮੈਂ ਇਹ ਕਹੂੰਗਾ ਇਤਿਹਾਸਕ ਜਿੱਤ ਹੈ। ਜਿਹੜੇ ਲੋਕ ਸਾਨੂੰ ਪਹਿਲਾਂ ਉਂਗਲਾਂ ਕਰਦੇ ਹੁੰਦੇ ਵੀ ਯਾਰ ਤੁਸੀਂ ਆ ਸਿਆਸੀ ਪਾਰਟੀ ਵਾਲੀ ਕਿਸਾਨ ਜਥੇਬੰਦੀ ਨਾਲ ਰਲ ਗਏ, ਆ ਫਲਾਣੇ ਹੁਣ ਉੱਥੇ MP ਬੋਲਣਗੇ, ਜੇ ਬੋਲਣਗੇ। ਸਾਡੀ ਮਤਲਬ ਜਿਹੜਾ ਜਦੋਂ ਆਪਾਂ ਕਹਿੰਦੇ ਨਾ ਮੌਕੇ ਦੀਆਂ ਹਾਲਤਾਂ ਨੂੰ ਜਾਂ ਆਉਣ ਵਾਲੀਆਂ ਹਾਲਤਾਂ ਨੂੰ ਕੋਈ ਆਗੂ ਮਤਲਬ ਦੇਖਦਾ ਨਹੀਂ ਵੀ ਮੂਹਰੇ ਕੀ ਹੋਣ ਜਾ ਰਿਹਾ, ਉਹ ਆਪਦੇ ਪੈਰਾਂ 'ਚ ਹੀ ਝਾਕੀ ਜਾਂਦਾ ਵੀ ਪੈਰ ਮਤਲਬ ਉਹ ਉੱਚੇ ਦੀ ਥਾਂ ਨਾ ਧਰਿਆ ਜਾਵੇ। ਤੇ ਉਧਰ ਪਹਾੜ ਦਾ ਮੱਥਾ ਲਾਉਣ ਵਾਸਤੇ ਇਹ ਜਿਹੜੀ 5-6 ਸਾਲ ਪਹਿਲਾਂ ਮਦਸੌਰ ਘਟਨਾ ਤੋਂ ਬਾਅਦ ਜਦੋਂ ਮਦਸੌਰ ਦੇ ਵਿੱਚ 6 ਕਿਸਾਨ ਸ਼ਹੀਦ ਹੋ ਗਏ ਸੀ, ਉਸ ਤੋਂ ਬਾਅਦ ਮਤਲਬ ਤੁਰੀ ਸੀ ਗੱਲ ਤੁਰਨ ਤੋਂ ਬਾਅਦ 250 ਕਿਸਾਨ ਜਥੇਬੰਦੀਆਂ ਦੀ ਕੋਆਰਡੀਨੇਸ਼ਨ ਕਮੇਟੀ ਬਣ ਗਈ। ਪੰਜਾਬ ਦੇ ਵਿੱਚੋਂ 10 ਕਿਸਾਨ ਜਥੇਬੰਦੀਆਂ ਉਹਦੇ ਵਿੱਚ ਸੀ। 10 ਕਿਸਾਨ ਜਥੇਬੰਦੀਆਂ ਨੇ 25 ਦਾ ਜਿਹੜਾ ਪੰਜਾਬ ਬੰਦ ਸੀ ਉਹਦਾ ਸੱਦਾ ਦਿੱਤਾ। ਦੂਜੀਆਂ ਜਥੇਬੰਦੀਆਂ ਨੇ ਮਤਲਬ ਜੀ ਐਂ ਕਹਿ ਕੇ ਅਡਾਪਟ ਕਰ ਲਿਆ। ਪਹਿਲਾਂ ਸਾਡੇ ਮਤਭੇਦ ਬਥੇਰੇ ਨੇ, ਪਰ ਇਸ ਸਮੇਂ ਤੇ ਆ ਕੇ ਉਹਨਾਂ ਨੇ ਮਤਭੇਦ ਨਹੀਂ ਦਿਖਾਏ। ਕਿਉਂਕਿ ਜਦੋਂ ਅੱਗ ਲਾਉਣ ਦੁਸ਼ਮਣ ਫੜ ਲਿਆ ਸੀ ਅੱਗ ਲਾਉਣ ਵਾਲਾ, ਉਹਦੇ ਪਾਣੀ ਪਾ ਰਹੇ ਹੁਣ ਸਾਰੀ ਵੀ ਅੱਗ ਬੁਝਾਉਣੀ। ਬਹੁਤ ਸਿਆਣਪ ਕੀਤੀ। 30 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਤੇ 30 ਕਿਸਾਨ ਜਥੇਬੰਦੀਆਂ ਤੋਂ ਬਾਅਦ ਇਸ ਵੀ ਮਤਲਬ ਜਿਵੇਂ ਆਪਾਂ ਲਈਏ ਜਿਹੜਾ ਪੰਜਾਬ ਬੰਦ ਦਾ ਸੱਦਾ ਸੀ, ਜਦੋਂ 47 ਨਾਲ ਕਰਾਉਣੇ ਹੁੰਦੇ, ਦਹਿਸ਼ਤ ਨਾਲ ਕਰਾਉਣੇ ਹੁੰਦੇ ਸੀ, ਏਦਾਂ ਪੰਜਾਬ ਬੰਦ ਨਹੀਂ ਸੀ ਹੁੰਦਾ ਉਦੋਂ। ਇਹ ਲੋਕਾਂ ਨੇ ਮਨੋਂ ਬੰਦ ਕੀਤਾ ਕਿਉਂਕਿ ਇਹਦਾ ਮਤਲਬ ਅਸੀਂ ਲੋਕਾਂ ਨੂੰ ਜਿੱਤ ਲਿਆ ਨਾ, ਨਾਲ ਲਾ ਲਿਆ। ਪੰਜਾਬ ਦੇ ਲੋਕ ਸਾਡੇ ਨਾਲ ਲੱਗੇ, ਚਾਹੇ ਵਪਾਰੀ ਸੀ ਚਾਹੇ ਮਜ਼ਦੂਰ ਸੀ। ਮੰਡੀ ਮਜ਼ਦੂਰ ਨੂੰ ਵੀ ਪਤਾ ਵੀ ਅਸੀਂ ਜਾਣਾ ਸਾਰੀ ਮਤਲਬ ਉਹ ਜਿਹੜੀ ਅਸੀਂ ਮੈਂ ਤਾਂ ਕਹੂੰਗਾ ਜਿਹੜੀ ਕੌਮੀ ਸਰਮਾਏਦਾਰੀ ਸੀ ਉਹਨੂੰ ਨਾਲ ਲਿਆ ਸਾਰੀ ਨੂੰ। ਤੇ ਇਦੋਂ ਅੱਗੇ ਸੀਗਾ ਸਿਆਸੀ ਪਾਰਟੀਆਂ ਦਾ ਰੋਲ। ਹੁਣ ਦੇਖੋ ਸਿਆਸੀ ਲੀਡਰ ਕੀ ਕਹਿੰਦੇ ਸੀ। ਸਿਆਸੀ ਲੀਡਰ ਕਹਿੰਦੇ ਸੀ ਕਾਲੀ ਤਾਂ ਪਹਿਲਾਂ ਠੋਕ ਵਜਾ ਕੇ ਕਹਿੰਦੇ ਰਿਹਾ ਵੀ ਇਹ ਤਾਂ ਅੱਛੇ ਦਿਨਾਂ ਦੀ ਨਿਸ਼ਾਨੀ ਹੈ, ਬਹੁਤ ਵਧੀਆ ਕਾਨੂੰਨ ਨੇ ਜੀ ਬਈ, ਬਹੁਤ ਵਧੀਆ ਕਾਨੂੰਨ ਨੇ। ਬਿਲਕੁਲ ਮੈਨੂੰ ਨਾ ਉਹ ਇਹਨਾਂ ਬਾਰੇ ਇੱਕ ਸੰਤ ਰਾਮਦਾਸੀ ਦੀਆਂ ਲਿਖੀਆਂ ਹੋਈਆਂ ਕੁਝ ਸਤਰਾਂ ਯਾਦ ਆ ਗਈਆਂ। ਜ਼ਰੂਰ ਉਹਨੇ ਕਿਹਾ ਸੀ 60 ਸਾਲ ਪਹਿਲਾਂ ਇਹਨਾਂ ਲੀਡਰਾਂ ਬਾਰੇ, ਸਿਆਸੀ ਲੀਡਰਾਂ ਬਾਰੇ, ਕਹਿੰਦਾ ਲੋਕੋ ਬਾਜ ਆ ਜੋ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਮਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਤਾਂ ਕੁਝ ਵੀ ਛੱਡਣਾ ਨਹੀਂ, ਲੋਕੋ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਤਾਂ ਦੇਸ਼ ਦੀ ਪੂੰਜੀ ਨੂੰ ਨਾਗ ਬਣ ਕੇ ਆਪੇ ਹੀ ਸਾਂਭਦੇ ਤੇ ਆਪੇ ਹੀ ਖੱਟ ਜਾਂਦੇ, ਵਾਅਦੇ ਕਰਦੇ ਨੇ ਕੱਚੀ ਮਸ਼ੂਕ ਵਾਂਗੂ, ਆਪੇ ਹੀ ਥੁੱਕਦੇ ਤੇ ਆਪੇ ਹੀ ਚੱਟ ਜਾਂਦੇ। ਹੁਣ ਦੇਖੋ ਅਕਾਲੀ ਦਲ ਨੇ ਥੁੱਕ ਕੇ ਚੱਟਿਆ ਨਹੀਂ ਤੇ ਕੱਚੀ ਮਸ਼ੂਕ ਵਾਲਾ ਹਾਲ ਸੀ ਜਦੋਂ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਭਾਜਪਾ ਤੋਂ। ਕੁਰਸੀ ਛੱਡਣ ਨੂੰ ਕਿਤੇ ਜੀ ਕਰਦਾ ਕਿਸੇ ਦਾ, ਮਸਾ ਤਾਂ ਮਿਲਦੀ ਆ ਵਿਚਾਰੀ, ਉਹ ਛੱਡਣ ਨਹੀਂ। ਉਧਰ ਤਾਂ ਲੋਕਾਂ ਦੇ ਛਿੱਤਰਾਂ ਤੋਂ ਡਰ ਲੱਗਦਾ ਸੀ। ਹੁਣ ਅਕਾਲੀਆਂ ਦਾ ਇਹ ਹਾਲ ਹੈ, ਜਿਹੜੇ ਕਹਿੰਦੇ ਸੀ ਉਹਨਾਂ ਨੂੰ ਛੱਡਣੀ ਪੈ ਗਈ ਨਾ, ਪਹਿਲਾਂ ਬਹੁਤ ਵਧੀਆ ਕਹਿੰਦੇ ਸੀ। ਉਦੋਂ ਬਾਅਦ ਜਿਹੜੇ ਕਾਂਗਰਸੀਏ ਸੀ, ਹੁਣ ਅਮਰਿੰਦਰ ਕੀ ਕਹਿੰਦਾ ਹੁੰਦਾ ਸੀ? ਅਮਰਿੰਦਰ ਕਹਿੰਦਾ ਸੀ ਇਹ ਜਿਹੜੇ ਕਿਸਾਨ ਹੈ ਇਹਨਾਂ ਨੂੰ ਪਾਕਿਸਤਾਨ ਦਾ ਉਹ ਹੱਥ ਆ ਮਗਰ, ਉਹਨੂੰ ਤਾਂ ਅਜੇ ਬੁੱਲਾ ਹਵਾ ਦਾ ਅਜੇ ਇਧਰੋਂ ਜਾ ਇੱਥੇ ਬਰੋਲਾ ਲੰਘ ਗਿਆ। ਕਈ ਵਾਰੀ ਪਰਾਲੀ ਨੂੰ ਅੱਗ ਲੱਗੀ ਹੁੰਦੀ ਆ, ਧੂਆਂ ਜਾਂ ਤਾਹਾਂ ਨੂੰ ਨਹੀਂ ਅਠਾਲ ਕੇ ਲੈ ਜਾਂਦਾ। ਉਹ ਅਮਰਿੰਦਰ ਕਹਿੰਦਾ ਉਹਦੇ ਚ ਮਗਰ ਪਾਕਿਸਤਾਨ ਦਾ ਹੱਥ ਆ। ਆਪਦੇ ਘਰੇ ਪਾਕਿਸਤਾਨ ਬੈਠਾ ਦੀ ਨਾ, ਨਹੀਂ ਪਾਕਿਸਤਾਨ ਦੀ ਚੌਂਕੀ ਲਾਈ ਬੈਠਾ ਆਪਦੇ ਘਰੇ। ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਐ ਆਪ ਵਾਲੇ ਕੁਝ ਹੋਰ ਲਿਆਉਂਦੇ ਸੀ। ਇਸ ਘੋਲ ਨੇ ਤੁਸੀਂ ਦੇਖੋ ਉਹ ਦਿਨ ਯਾਦ ਕਰੋ, ਕਾਨੂੰਨਾਂ ਦਾ ਗਾਹਾਂ ਅਸਰ ਹੋਵੇ ਕਿ ਨਾ ਹੋਵੇ। ਸਾਡੇ ਕਿਸਾਨ ਸੰਘਰਸ਼ ਨੇ ਇਹਨਾਂ ਤਿੰਨਾਂ ਪਾਰਟੀਆਂ ਨੂੰ ਜਿਹੜੀਆਂ ਉਹਦੇ ਵਿੱਚ ਆ, ਭਾਜਪਾ ਦੇ 2 ਨਹੀਂ ਸੀ ਗਏ MLA, ਦੂਜਿਆਂ ਨੂੰ ਇੱਕ ਨਾਲੀ ਜੀ ਨਿਘਾ ਕੇ ਗਵਰਨਰ ਨੂੰ ਉਹ ਦੇਣ ਨਹੀਂ ਗਏ ਮੰਗ ਪੱਤਰ ਦੇਣਗੇ। ਇਹ ਕਿਸਾਨ ਸੰਘਰਸ਼ ਦੇ ਹੂਰੇ ਸੀ, ਭਾਵੇਂ 2 ਘੰਟਿਆਂ ਬਾਅਦ ਫੇਰ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਗਏ। ਇਹ ਜਿੱਤਾ ਅਸੀਂ ਕਹਾਂਗੇ ਤੇ ਉਹਨਾਂ ਨੂੰ ਰੋਲਿਆ। ਸਿਆਸੀ ਪਾਰਟੀਆਂ ਨੂੰ ਨਹੀਂ ਕੋਈ ਪੁੱਛਦਾ। ਹੁਣ ਉਹਨਾਂ ਨੂੰ ਹੋਰ ਕੋਈ ਨਵੇਂ ਬਹਾਨੇ ਲੱਭਣੇ ਪੈ ਰਿਹਾ ਵੀ 2022 ਦੀ ਤਿਆਰੀ ਕਿਵੇਂ ਕਰੀਏ, ਇਹ ਤਾਂ ਛੱਡਦੇ ਹੀ ਨਹੀਂ ਖੜਾ। ਇਹ ਕਿਸਾਨਾਂ ਦੀ ਜਿੱਤ ਆ। ਉਸ ਤੋਂ ਅੱਗੇ ਹੋਰ ਕਿੰਨੀਆਂ ਮਤਲਬ ਜਿਹੜੀਆਂ ਮਤਲਬ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਲੜਨ ਵਾਲੀ ਵੱਡੀ ਜਿੱਤ ਆ। ਜਿਹੜਾ ਕਿਸਾਨ ਘੋਲ ਆ ਇਹਨੇ ਘਰ ਘਰ 'ਚ ਫੈਲ ਜਾਣਾ। ਇਹ ਵੀ ਜਿੱਤ ਆ ਸਾਡੀ। ਲੋਕਾਂ ਦੀ ਕਿੰਨੀ ਹਮਦਰਦੀ। ਅੱਜ ਅੱਗੇ ਅਸੀਂ ਵਿਹਲਾ ਟਾਈਮ ਕੱਢਦੇ ਹੁੰਦੇ ਹਾਂ ਯਾਰ ਫੰਡਾਂ ਨੂੰ ਲਾਈਏ, ਐਤਕੀ ਸਾਨੂੰ ਟਾਈਮ ਕੱਢਣ ਦੀ ਲੋੜ ਹੀ ਨਹੀਂ। ਆ ਮੇਰੇ ਕੋਲ ਕੱਲ ਪਿੰਡ ਦੇ ਹੀ ਬਾਹਰ ਰਹਿੰਦੇ ਆ ਸਾਡੇ ਪਿੰਡ ਦੇ ਬੰਦੇ, ਉਹ
ਪਹਿਲਾਂ ਇੱਕ 10,000 ਰੁਪਇਆ ਦੇ ਕੇ ਗਿਆ, ਪਰਚੀ ਕੱਟਤੀ ਉਹਦੀ ਪਿੰਡ ਕਮੇਟੀ ਵੱਲੋਂ। ਥੋੜੇ ਚਿਰ ਬਾਅਦ ਇੱਕ ਹੋਰ ਆ ਗਿਆ 10,000 ਉਹਦੇ, ਕਹਿੰਦੇ ਭੋਗ ਸੀ ਸਾਡੇ ਪਿੰਡ ਕੱਲ, 2 ਬੰਦੇ ਉਹਨਾਂ ਹਮਦਰਦੀ ਆ ਘੋਲਣਾ। ਆ ਹੁਣੀ ਮੈਨੂੰ ਤੜਕੇ ਇੱਕ ਮੈਸੇਜ ਆਇਆ ਕੈਨੇਡਾ ਤੋਂ ਮੇਰੇ ਫਰੈਂਡ ਦਾ ਵੀ 11,000 ਰੁਪਇਆ ਅਸੀਂ ਕਿਸਾਨ ਘੋਲ ਨੂੰ ਭੇਜ ਰਹੇ ਹਾਂ। ਇਹ ਲੋਕਾਂ ਦੇ ਮਨਾਂ ਦੇ ਵਿੱਚ ਉਤਰ ਗਿਆ ਜਿੱਥੇ ਵੀ ਵਿਦੇਸ਼ੀ ਬੈਠੇ ਆ। ਲੱਖਾਂ ਰੁਪਈਆ ਹੋਰ ਸਾਨੂੰ ਮਤਲਬ ਬਾਹਰੋਂ 100 ਰੁਪਈਆ ਇਕੱਠਾ ਕਰਕੇ ਭੇਜ ਰਹੇ ਨੇ ਜਿਹੜੇ ਪੰਜਾਬੀ ਭਾਰਤੀ ਬੈਠੇ ਨੇ, ਸਾਡੀਆਂ ਬੇਟੀਆਂ ਬੈਠੀਆਂ ਨੇ। ਬੜੀ ਮਤਲਬ ਇਹ ਸੰਘਰਸ਼ ਦੀ ਜਿੱਤ ਹੀ ਕਹਾਂਗੇ ਨਾ ਆਪਾਂ। ਮਤਲਬ ਕਿਤੇ ਨਾ ਕਿਤੇ ਜਿਹੜਾ ਕਿਸਾਨੀ ਸੰਘਰਸ਼ਾਂ ਜਾਂ ਕਿਸਾਨ ਆਗੂ ਹੁਣ ਲੋਕਾਂ ਦੇ ਦਿਲਾਂ ਤੇ ਰਾਜ ਲੋਕਾਂ ਦੇ ਮਨਾਂ 'ਚ ਅੰਦਰੋਂ ਲੋਕ ਉਹ ਕਹਿ ਰਹੇ ਆ, ਅਸੀਂ ਤਾਂ ਮੰਗ ਨਹੀਂ ਕਰਦੇ ਜੀ। ਉਹ ਆਪ ਦੇਖ ਕੇ ਵੀ ਮਤਲਬ ਦਿੱਲੀ ਨੂੰ ਜਾਣਾ ਕਿੱਡਾ ਵੱਡਾ ਖਰਚਾ, ਕੋਈ ਇੱਕ ਅੱਧੇ ਦਿਨ ਦੀ ਲੜਾਈ ਨਹੀਂ, 2 ਮਹੀਨੇ ਤਾਂ ਲੜਦਿਆਂ ਨੂੰ ਹੋ ਗਏ। ਬਿਲਕੁਲ। ਤੇ ਸਰਕਾਰ ਦਾ ਉਹਨਾਂ ਨੂੰ ਦੀਨਾ ਪੱਖ ਵੀ ਸਰਕਾਰ ਅਸਲ 'ਚ ਮੈਂ ਤਾਂ ਕਹੂੰਗਾ ਵੀ ਇਹਦੇ ਮੂਰੇ ਜਿਵੇਂ ਕਹਿੰਦੇ ਤੂੰ ਆ ਗਿਆ ਮੋਦੀ ਦੀਆਂ ਅੱਖਾਂ ਮੂਰੇ, ਮਹੀਨਾ ਹੋ ਗਿਆ ਜਾਂ ਰੇਲ ਪਟੜੀਆਂ ਵਿਹਲੀਆਂ ਕੀਤੀਆਂ ਨੂੰ। ਉਹ ਸੋਚਦਾ ਇਹ ਵੀ ਪੰਜਾਬ ਦੇ ਜਿਹੜੇ ਛੋਟੇ ਵਰਗ ਆ ਜਾਂ ਵਪਾਰੀ ਵਰਗ ਆ ਉਹ ਕਿਸਾਨਾਂ ਦੇ ਗਲ ਪਵੇ। ਅਸੀਂ ਇਸ ਪੈਂਤਰੇ ਤੋਂ ਤਿਆਰ ਆ। ਅਸੀਂ ਉਹਨੂੰ ਕਿਹਾ ਵੀ ਯਾਰ ਮਹੀਨੇ ਦੀਆਂ ਰੇਲ ਪਟੜੀਆਂ ਵਿਹਲੀਆਂ ਪਈਆਂ, ਅਸੀਂ ਤਾਂ ਉਦੋਂ ਪਿੱਛੇ ਵੀ ਹਟ ਗਏ ਵੀ ਜੇ ਐ ਤੁਹਾਨੂੰ ਖਤਰਾ ਲੱਗਦਾ ਵੀ ਜਦੇ ਨਾਲ ਘੇਰ ਲੈਣ। ਉਹ ਅਸੀਂ ਉਦੋਂ ਪਾਰਕਾਂ 'ਚ ਲੈ ਕੇ ਲੋਕਾਂ ਨੂੰ ਹਨਾ ਰੇਲਵੇ ਸਟੇਸ਼ਨਾਂ ਤੋਂ ਵੀ ਫਿਰ ਉਹ ਤਾਂ ਖਾਂਦੇ ਦੀ ਦਾੜੀ ਹਿਲਦੀ ਵਾਲੀ ਗੱਲ ਆ। ਜੇ ਹੁਣ ਐਂ ਕਹਿੰਦਾ ਵੀ ਉੱਥੋਂ ਪਾਰਕਾਂ 'ਚ ਉੱਠ ਕੇ ਨਾ ਮੂਹਰੇ ਹੋ ਜਾਣਾ, ਫਿਰ ਤਾਂ ਸਾਡੇ ਪਿੰਡਾਂ ਦੇ ਵੀ ਵੇਚਦੀ ਰੇਲ ਗੱਡੀਆਂ ਲੰਘਦੀਆਂ, ਕੱਲ ਨੂੰ ਆਹ ਬਹਾਨਾ ਆ ਜੂ ਵੀ ਫਲਾਣੇ ਪਿੰਡ ਵਾਲੇ ਨਾਲ ਮੂਹਰੇ ਉੱਠ ਕੇ ਹੁਣ ਰੇਲ ਪਟੜੀਆਂ ਨਵੀਆਂ ਕੱਢਣੀਆਂ ਪੈਣਗੀਆਂ। ਉਹ ਖਾਂਦੇ ਦੀ ਦਾੜੀ ਹਿਲਦੀ ਵਾਲੀ ਗੱਲ ਆ। ਲੋਕਾਂ ਨੂੰ ਇਹ ਸਮਝਣੀ ਚਾਹੀਦੀ ਆ, ਖਾਸ ਕਰਕੇ ਵਪਾਰੀਆਂ ਨੂੰ ਇਹ ਸਮਝਣੀ ਚਾਹੀਦੀ ਆ। ਕਿਸਾਨ ਜਥੇਬੰਦੀਆਂ ਦਾ ਕੋਈ ਕਸੂਰ ਨਹੀਂ। ਉਹ ਮਨ ਕੀ ਬਾਤ ਪਕਾਉਣੀ ਚਾਹੁੰਦਾ ਵੀ ਮੈਂ ਕਹਿੰਦਾ ਦੂਜੀਆਂ ਪੈਸੰਜਰ ਗੱਡੀਆਂ ਨਾਲ ਚਲਾਓ। ਅਸੀਂ ਕਹਿੰਦੇ ਆ ਤੂੰ ਰੇਲ ਗੱਡੀਆਂ ਲਿਆ ਤਾਂ ਸਹੀ, ਅਸੀਂ ਜਦੇ ਮੀਟਿੰਗ ਸੱਦ ਲਾਂਗੇ, ਖਬਰਾਂ ਪੈਸੰਜਰ ਵੀ ਚਲਾ ਦੀ, ਪਰ ਤੇਰੀ ਮਨ ਕੀ ਬਾਤ ਹੈ ਨਹੀਂ ਪੁੱਗਣ ਦਿੰਦੇ। ਅੜੀ ਜਵਾਕਾਂ ਵਾਲੀ ਅੜੀ, ਹਿਟਲਰ ਵਾਲੀ ਅੜੀ, ਜਵਾਕਾਂ ਵਾਲੀ ਅੜੀ ਨਹੀਂ ਮੈਂ ਕਹੂੰਗਾ, ਜਿਹੜੀ ਹਿਟਲਰ ਦੀ ਸੋਚ ਸੀ। ਕਿਉਂਕਿ 56 ਇੰਚ ਕੀ ਛਾਤੀ ਆ, ਛਾਤੀ ਦਾ ਸਵਾਲ ਆ, ਮਨ ਕੀ ਬਾਤ ਦਾ ਸਵਾਲ ਆ। ਮਨ ਕੀ ਬਾਤ ਪੁੱਠੀ ਪੈ ਰਹੀ ਹੈ ਜੀ। ਅੱਛਾ, ਆਪਾਂ ਲੀਡਰਾਂ ਦੀ ਗੱਲ ਕੀਤੀ ਆ। ਚਲੋ ਕਿਸਾਨ ਆਗੂ ਜਿਹੜੇ ਹੁਣ ਲੋਕਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਵਸਣ ਲੱਗੇ ਆ, ਪਰ ਜਿੱਦਾਂ ਅਸਤੀਫੇ ਸ਼ੁਰੂ ਹੁੰਦੇ ਆ ਉਸ ਤੋਂ ਬਾਅਦ ਪਾਰਟੀਆਂ ਨੇ ਵੀ ਆਪਣੇ ਆਪ ਨੂੰ ਅਜਮਾਇਆ ਕਿ ਕਿਸਾਨ ਵੀ ਸੜਕਾਂ ਤੇ, ਅਸੀਂ ਵੀ ਇੱਕ ਵਾਰੀ ਸੜਕਾਂ ਤੇ ਆ ਕੇ ਰੈਲੀਆਂ ਕੱਢ ਦਈਏ। ਅਕਾਲੀ ਦਲ ਨੇ ਕੱਢੀ ਰੈਲੀ, ਬੜੀ ਵੱਡੀ ਰਹੀ, ਬੜਾ ਵੱਡਾ ਹੰਗਾਰਾ ਵੀ ਉਹਨੂੰ ਮਿਲਿਆ, ਬੜੇ ਲੋਕ ਉਹਦੇ ਨਾਲ ਇਕੱਠੇ। ਉਸ ਤੋਂ ਬਾਅਦ ਰਾਹੁਲ ਗਾਂਧੀ ਸਾਹਿਬ ਵੀ ਆਉਂਦੇ ਆ, ਉਹਨੂੰ ਵੀ ਬੜਾ ਵੱਡਾ ਹੰਗਾਰਾ ਮਿਲਿਆ। ਫਿਰ ਇਹ ਲੋਕ ਉਹ ਕਿਹੜੇ ਨੇ ਜਿਹੜੇ ਹਾਲੇ ਵੀ ਸਿਆਸੀ ਲੀਡਰਾਂ ਦੇ ਪਿੱਛੇ ਨੇ, ਸਿਆਸੀ ਲੀਡਰਾਂ ਦਾ ਪਰਛਾਵਾਂ ਬਣ ਕੇ ਹਾਲੇ ਵੀ ਪਿੱਛੇ ਚੱਲ ਰਹੇ ਨੇ ਕਿ ਜੇ ਸਾਡਾ ਭਲਾ ਕਰਨਗੇ ਤਾਂ ਇਹੀ ਕਰਨਗੇ? ਦੇਖੋ ਹਜੇ ਨਾ ਜਿਹੜੀ ਇਹਨਾਂ ਦੀ ਸਿਆਸੀ ਰਹਿੰਦ ਖੂਨ ਹੁੰਦੀ ਆ ਪਿੰਡਾਂ 'ਚ ਬੈਠੀ ਆ। ਅੱਜ ਹੀ ਮਤਲਬ ਆਪਾਂ ਕਰੀਏ ਉਹ ਦੁਨੀ ਪਾਸੀ ਕੱਚੇ ਮਸ਼ੂਕ ਵਾਲੀ ਗੱਲ, ਪਿੰਡ ਦੇ ਜਿਹੜੇ ਸਿਆਸੀ ਚੌਧਰੀ ਆ ਜਿਨ੍ਹਾਂ ਦਾ ਦਾਬਾ ਜਿਹਾ ਚੱਲਦਾ ਹੁੰਦਾ ਪਿੰਡ 'ਚ, ਉਹ ਹੈਗਾ ਅਜੇ। ਉਹਨਾਂ ਨੇ ਫਿਰ ਮਤਲਬ ਗਾਹਾਂ ਇਕੱਠੇ ਕਰਨੇ। ਜਿਵੇਂ ਮੈਂ ਤੁਹਾਨੂੰ ਰਾਹੁਲ ਗਾਂਧੀ ਵਾਲੇ ਦਿਨ ਦੀ ਮੈਂ ਤੁਹਾਨੂੰ ਗੱਲ ਦੱਸਦਾ, ਮੈਂ ਜਗਰਾਉਂ ਤੋਂ ਆ ਰਿਹਾ ਸੀ, ਜਿਹੜੇ ਟਰੈਕਟਰ ਮੁੜੇ ਜਾਂਦੇ ਸੀ ਉਹ ਸੀਗੇ ਛੈਲਰਾਂ ਵਾਲਿਆਂ ਦੇ। ਅੱਛਾ ਜੀ। ਵੱਡੀ ਗਿਣਤੀ 'ਚ ਛੈਲਰਾਂ ਵਾਲੀ ਲੇਬਰ ਤੇ ਛੈਲਰਾਂ ਵਾਲੀ ਟਰੈਕਟਰ। ਹੁਣ ਇੱਕ ਛੈਲਰ ਵਾਲੇ ਕੋਲੇ 5-5 6-6 ਟਰੈਕਟਰ ਨੇ ਜੀ। ਉਹੀ ਟਰੈਕਟਰ ਮਾਰਤ ਦੇ ਵਿੱਚ ਬਹੁਤ ਗਿਣਤੀ। ਮੈਂ ਨਹੀਂ ਕਹਿੰਦਾ ਵੀ ਕਿਸਾਨਾਂ ਦੇ ਹੋਣੇ ਨਹੀਂ, ਕਿਉਂਕਿ ਕਿਸਾਨਾਂ ਦੀ ਰਹਿੰਦ ਖੂੰਦ ਹੈਗੀ ਆ ਉਹਨਾਂ ਕੋਲੇ ਹਜੇ, ਮਤਲਬ ਪਛੜੇ ਦਿਮਾਗ ਵਾਲੇ ਹੈਗੇ ਆ ਜਿਨ੍ਹਾਂ ਨੇ ਉਧਰੋਂ ਮਤਲਬ ਜਿਨ੍ਹਾਂ ਨੂੰ ਝਾਕ ਆ ਵੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਉਦੋਂ ਆਪਾਂ ਵੀ ਮਤਲਬ ਬਲੈਕ ਬਲੂ ਕਰਕੇ ਦੇਖਾਂਗੇ। ਜਿਹੜੇ ਕਾਲੀਆਂ ਦੇ ਹੈਗੇ ਉਹ ਜੀ ਰਹਿੰਦ ਖੂੰਦ ਹੈਗੀ, ਪਰ ਵੀ ਉਹ ਲੋਕਾਂ ਦੇ ਮਨਾਂ 'ਚੋਂ ਲੈ ਗਏ। ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਅਕਾਲੀਆਂ ਨੇ ਹੁਣ ਇੱਕ ਕਿਸਾਨ ਆਗੂ ਨੂੰ ਥਾਪੀ ਦਿੱਤੀ, ਹੁਣ ਤੂੰ ਹੋਵੇ ਕਾਇਮ, ਪਹਿਲਾਂ ਤਾਂ ਝੂਠਾ ਜਾਓਗਾ ਲੋਕਾਂ 'ਚ। ਅੱਛਾ ਜੀ। ਇਹ ਇਦਾਂ ਪਾਲਿਸੀ ਹੁੰਦੀ ਹੈ ਇਹਨਾਂ ਦੀ ਜੀ। ਅੱਛਾ, ਕਿਸਾਨ ਜਥੇਬੰਦੀਆਂ ਦੀ ਗੱਲ ਚੱਲੀ ਆ, ਜਿੱਦਾਂ ਤੁਸੀਂ 30 ਜਥੇਬੰਦੀਆਂ ਦੀ ਗੱਲ ਕੀਤੀ ਆ, ਹੁਣ ਘੋਲ ਇੱਕ ਆ, ਸਾਰਿਆਂ ਦੇ ਏਮ ਇੱਕ ਆ ਕਿ ਯਾਰ ਇਹ ਬਿੱਲ ਜਿਹੜੇ ਆ ਰੱਦ ਕਰਵਾਉਣੇ ਆ। ਪਰ ਹਲੇ ਵੀ ਧਨੇਰ ਸਾਹਿਬ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਵਖਰੇਵੇਂ ਦੇਖਣ ਨੂੰ ਮਿਲ ਰਿਹਾ। ਇਹ ਕਿਸਾਨਾਂ ਦੇ ਵੀ ਸਵਾਲ ਚਿੰਨ੍ਹ ਕਿਤੇ ਨਾ, ਜਿਹੜੇ ਲੋਕ ਪਿੰਡਾਂ ਦੇ ਵਿੱਚ ਉਹਨਾਂ ਦਾ ਵੀ ਸਵਾਲੀਆ ਚਿੰਨ੍ਹ ਕਿ ਯਾਰ ਇਹਨਾਂ ਦਾ ਏਮ ਇੱਕ ਆ, ਇਹਨਾਂ ਨੇ ਰੱਦ ਕਰਵਾਉਣੇ ਆ ਬਿੱਲ, ਤਾਂ ਫਿਰ ਇਹ ਇੱਕ ਹੋ ਕੇ ਕਿਉਂ ਨਹੀਂ ਚੱਲ ਰਹੇ? ਹਜੇ ਵੀ ਵੱਖਰੇ ਕਿਉਂ ਆ? ਉਹ ਚੀਜ਼ਾਂ ਕਿਉਂ ਆ ਹਾਲੇ ਵੀ? ਦੇਖੋ ਇਸ ਗੱਲ ਦਾ ਤਾਂ ਮੈਨੂੰ ਸਵਾਲ ਤੁਹਾਨੂੰ ਜਿਹੜੇ ਕੋਈ ਵੱਖਰੇ ਉਹਨਾਂ ਤੇ ਹੀ ਕਰਨਾ ਚਾਹੀਦਾ। ਉਹ ਅਸੀਂ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਅਸੀਂ ਜਿਹੜਾ 5 ਸਾਲ 6 ਸਾਲ ਪਹਿਲਾਂ ਬਦਸੌਰ ਘਟਨਾ ਵੇਲੇ ਮਨ 'ਚ ਲਿਖਿਆ ਸੀ ਵੀ ਦਿੱਲੀ ਪੱਧਰ ਤੇ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ, ਭਾਰਤ ਪੱਧਰ ਤੇ ਕਿਸਾਨ ਹੀ ਮਤਲਬ ਵੱਡੀ ਟੱਕਰ ਲੈ ਸਕਦੇ ਆ। ਤੇ ਅੱਜ ਮੈਂ ਤਾਂ ਕਹੂੰਗਾ ਜੀ ਆਇਆਂ ਉਹਨਾਂ ਕਿਸਾਨਾਂ ਨੂੰ। ਕੱਲ ਤੁਸੀਂ ਦੇਖਿਆ ਚੰਡੀਗੜ੍ਹ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣ ਗਿਆ, ਮਤਭੇਦ ਹੈਗੇ ਆ, ਜਿਹੜੇ 3 ਵੱਡੇ ਮਤਲਬ ਮੋਰਚੇ ਬਣੇ, ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਸਾਡੀ 250 ਜਥੇਬੰਦੀ ਦੇ ਲਗਭਗ, ਦੂਜੀਆਂ 'ਚ ਸੀਗੀ ਮਤਲਬ 100-150 ਜਥੇਬੰਦੀ। ਕੱਲ 472 ਜਥੇਬੰਦੀਆਂ, ਜਿਹਨੂੰ ਅਸੀਂ 500 ਦੇ ਲਗਭਗ ਕਹਿੰਦੇ ਆ, 472 ਜਥੇਬੰਦੀਆਂ ਐਦਾਂ ਇਕਜੁੱਟ ਹੋ ਗਈਆਂ ਜੀ। ਕੱਠ ਲੋਹੇ ਦੀ ਲੱਠ ਬਣ ਗਿਆ। ਹੁਣ ਤਾਂ ਸਿਰ 'ਚ ਮਾਰਨ ਵਾਲੀ ਵੀ ਰਹਿੰਦੀ ਆ ਨਾ, ਸਿਰ 'ਚ ਵੱਜ ਜਾਣੀ ਆ 26-27 ਨੂੰ, ਤਾਂ 27-26 ਕਿਹਦੀ ਆਈ, 24 ਤੋਂ ਤੁਰ ਪਣਿਆ ਪੰਜਾਬ ਵਾਲਿਆਂ ਨੇ। ਤੇ ਬੰਨਾਂਗੇ
ਉਹ ਉਧਰੋਂ ਸੱਦਾ ਤਾਂ ਆਇਆ ਵੀ 4 ਮਹੀਨੇ ਦਾ ਰਾਸ਼ਨ ਲੈ ਕੇ ਆਇਓ। 4 ਮਹੀਨੇ ਹੁਣ ਅਸੀਂ ਪੱਕੇ ਹੋਏ ਬਿਸਕੁਟ ਥੋੜੀ ਲਿਜਾਣੇ, ਅਸੀਂ ਕੱਚਾ ਆਟਾ ਲਿਜਾਵਾਂਗੇ 15 ਦਿਨਾਂ ਦਾ, ਪਹਿਲਾਂ 15 ਦਿਨਾਂ ਬਾਅਦ ਆਟਾ ਖਰਾਬ ਹੋ ਜਾਂਦਾ। ਅਸੀਂ ਨਾਲ ਦੀ ਨਾਲ ਤਾਜ਼ਾ ਖਾਵਾਂਗੇ ਯਾਰ। ਚੱਲਦੇ ਰਹਿਣੇ ਸਾਡੇ ਕਾਫਲੇ, ਕੋਈ ਐ ਨਹੀਂ ਵੀ ਜਿਹੜੇ ਅਸੀਂ ਇੱਕ ਦਿਨ ਲੈ ਗਏ ਉਹੀ ਆ। ਸਾਡੀਆਂ ਤੁਸੀਂ ਦੇਖਿਓ ਮੇਲਾ ਲੱਗਦਾ ਪੰਜਾਬ 'ਚ, ਉਧਰੋਂ ਲੋਕ ਆਇਆ ਵੀ ਕਰਨਗੇ ਜਾਇਆ ਵੀ ਕਰਨਗੇ, ਤੇ ਲੋਕਾਂ ਨੂੰ ਦਿਖਾਇਆ ਕਰਾਂਗੇ ਵੀ ਆਜੋ ਭਾਈ ਦਿੱਲੀ ਨੂੰ ਘੇਰਿਆ ਹੋਇਆ ਦਿਖਾਈਏ ਤੁਹਾਨੂੰ, ਚੱਲੂ ਮੋਰਚਾ। ਜੀ ਤੁਸੀਂ ਜਿਹੜੀ ਇਕੱਠ ਦੀ ਗੱਲ ਕੀਤੀ ਆ, ਹਾਲੇ ਵੀ ਜੇ ਚਲੋ ਆਪਾਂ ਕੜੀ ਦੀ ਗੱਲ ਮੰਨ ਲਈਏ, ਕਈ ਵਾਰ ਇੱਕ ਜਥੇਬੰਦੀ ਨੂੰ ਯਾਰ ਕਿਤੇ ਮੈਂ ਨਾ ਨੀਵਾਂ ਹੋ ਜਾ, ਉਹਨੂੰ ਹੁੰਦਾ ਯਾਰ ਕਿਤੇ ਮੈਂ ਨਾ ਨੀਵਾਂ ਹੋ। ਤੁਹਾਨੂੰ ਨਹੀਂ ਲੱਗਦਾ ਵੀ ਅੱਜ ਦੇ ਟਾਈਮ ਦੇ ਵਿੱਚ ਜੇ ਦੋਨੇ ਹੀ ਨੀਵੇਂ ਹੋ ਕੇ ਚੱਲ ਪੈਣ, ਆਪਦੇ ਆਪ ਦੇ ਨਾਲ ਇਕੱਠ ਬਣਾ ਕੇ ਚੱਲ ਪੈਣ, ਸਾਰੀਆਂ ਜਥੇਬੰਦੀਆਂ ਇਕੱਠ ਹੋ ਕੇ ਚੱਲਣ, ਤਾਂ ਫਿਰ ਇਹ ਮੋਰਚਾ ਜਿਹੜਾ ਆ ਫਤਿਹ ਜ਼ਰੂਰ ਕਰ ਲੈਣਾ ਆ? ਦੇਖੋ ਮੋਰਚਾ ਤਾਂ ਫਤਿਹ ਹੋਊਗਾ। ਇਹ ਮੈਂ ਕਹੂੰਗਾ, ਮੈਂ ਕਹਿੰਦਾ ਵੀ ਹਰੇਕ ਨੂੰ ਅਪੀਲ 'ਚ ਮੈਂ ਕਹੂੰਗਾ ਵੀ ਮਤਲਬ ਛੱਡਣੀ ਚਾਹੀਦੀ ਹੈ ਜਿਹੜੀ ਮੈਂ ਵਾਲੀ ਹੰਕਾਰਵਾਦੀ ਜਿਹੜੀ ਰੁਚੀ ਹੁੰਦੀ ਆ, ਉਹ ਛੱਡ ਕੇ ਅੱਜ ਜਿਹੜੇ ਘੱਟੋ ਘੱਟ ਜਿਹੜਾ 500 ਦੇ ਲਗਭਗ ਇਕੱਠੇ ਹੋਏ ਆ, ਉਹ ਵੀ ਮਤਲਬ ਪਹਿਲਾਂ ਇਕੱਲੇ ਇਕੱਲੇ ਹੀ ਸੀ। ਜਿਹੜਾ ਆਪਾਂ ਕਹਿੰਦੇ ਹੁੰਦੇ ਆ ਸੌਖਾ ਜਿਹਾ ਜਟਕਾ ਸਾਹਿਬ, ਵੇਲੇ ਦੀ ਨਮਾਜ਼ ਇੱਕ ਵੇਲੇ ਦੀਆਂ ਟੱਕਰਾਂ, ਇਹ ਨਮਾਜ਼ ਪੜ੍ਹਨ ਦਾ ਵੇਲਾ ਹੋਣਾ। ਜੇ ਇਹਦੇ ਤੋਂ ਖੁੰਝ ਗਏ ਫੇਰ ਸਵਰਗ ਨਹੀਂ ਮਿਲਣਾ ਜੀ। ਇਹ ਜਿਹੜੇ ਬਾਹਰ ਨੇ ਉਹਨਾਂ ਨੂੰ ਸੋਚਣਾ ਚਾਹੀਦਾ। ਅੱਛਾ, ਜਿਹੜੀ ਕੱਲ ਮੀਟਿੰਗ ਹੋਈ ਆ, ਕੀ ਗੱਲਾਂ ਨੇ, ਕੀ ਚੀਜ਼ਾਂ ਜਿਹੜੀਆਂ ਤੈਅ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਲਈ ਉਹਦੇ ਵਿੱਚ? ਉਹ ਤਾਂ ਮਤਲਬ ਇਹ ਦੇਖੋ, ਸਭ ਤੋਂ ਪਹਿਲਾਂ ਸਾਡਾ ਹੈਗਾ ਡਿਸਿਪਲਨ। ਅਸੀਂ ਅੱਜ ਤੱਕ ਤੁਸੀਂ ਦੇਖਦੇ ਹੋ, ਤੁਸੀਂ ਪ੍ਰੈਸ ਵਾਲੇ ਮਤਲਬ ਜਿਹੜਾ ਮੈਂ ਤਾਂ ਮਹਿਕਮਾ ਕਹੂੰ ਤੁਹਾਡਾ, ਉਹਨੇ ਦੇਖਿਆ ਕਿਤੇ ਵੀ ਸਾਡੀ ਕੋਈ ਵਧੀਕੀ ਜੀ ਇਹ ਸੰਘਰਸ਼ ਦੌਰਾਨ ਕੋਈ ਵੀ ਵਧੀਕੀ ਨਹੀਂ ਹੋਈ, ਕਦੇ ਨਹੀਂ ਹੋਈ, ਬਿਲਕੁਲ ਨਹੀਂ। ਪੂਰਾ ਡਿਸਿਪਲਨ 'ਚ ਚੱਲਦਾ ਹੈ। ਸਾਡਾ ਹੁਣ ਵੀ ਇਹ ਐਲਾਨ ਹੈ ਵੀ ਜੇ ਕੋਈ ਕਰੂਗਾ ਉਹ ਸਾਡਾ ਨਹੀਂ ਹੈ। ਅਸਲ ਵਿੱਚ ਸਾਡੇ ਵਿੱਚ ਬਾੜਿਆ ਹੋਇਆ ਉਹ, ਜੇ ਕੋਈ ਹੁੱਲੜਬਾਜੀ ਕਰਦਾ ਹੋਏ ਕਰਦਾ, ਉਹ ਕਿਸਾਨਾਂ ਦਾ ਨਹੀਂ ਹੈ, ਕਿਸਾਨਾਂ ਦਾ ਦੁਸ਼ਮਣ ਹੀ ਹੋ ਸਕਦਾ। ਇਹ ਚੀਜ਼ਾਂ ਹੋ ਸਕਦੀਆਂ। ਧਨੇਰ ਸਾਹਿਬ, ਇਹ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਲੈ ਕੇ ਚੱਲਦੇ ਹੋ, ਕਿਉਂਕਿ ਆਪਾਂ ਪਿਛੋਕੜ ਤੇ ਨਜ਼ਰ ਮਾਰਦੇ ਆ, ਜਿਹੜੇ ਘੋਲ ਚਲੋ ਹੁੰਦੇ ਆ, ਜਾਂ ਜਿਹੜੇ ਇਕੱਠ ਜੇ ਇਦਾਂ ਦੀਆਂ ਹਨਾ ਜਿਹੜੀਆਂ ਖੜੀਆਂ ਹੁੰਦੀਆਂ ਨੇ ਇਦਾਂ ਦਾ, ਤੇ ਉਹਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਹੋ ਜਾਂਦੀਆਂ ਨੇ, ਜਾਂ ਇਹ ਕਹਿ ਲਈਏ ਚਲੋ ਦੋਸ਼ ਲੱਗਦੇ ਆ ਕਿ ਉਹ ਸਿਆਸੀ ਲੀਡਰ ਨੇ ਕਰਵਾਤਾ। ਇਹ ਚੀਜ਼ਾਂ ਹੁੰਦੀਆਂ ਨੇ, ਇਹ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਲੈ ਕੇ ਚੱਲਦੇ। ਜੇ ਇਦਾਂ ਦਾ ਕੁਝ ਹੁੰਦਾ ਤਾਂ ਉਹਦਾ ਸਾਹਮਣਾ ਅਸੀਂ ਕਿੱਦਾਂ ਕਰਨਾ? ਦੇਖੋ, ਸਾਹਮਣਾ ਕਰਨ ਵਾਲਾ ਸਾਡੇ ਦੇਸੀ ਨੁਤਕੇ ਹੁੰਦੇ ਆ। ਜੇ ਕੋਈ ਇਹੋ ਜਿਹਾ ਸ਼ਰਾਰਤੀ ਸਾਨੂੰ ਲੱਭ ਜਾਂਦਾ, ਉਹਨੂੰ ਫਿਰ ਅਸੀਂ ਕੀ ਦੇ ਸਕਦੇ ਹਾਂ? ਵੱਧ ਤੋਂ ਵੱਧ ਜੁੱਤੀਆਂ ਹੀ ਹੁੰਦੀਆਂ ਸਾਡੇ ਕੋਲ, ਹੋਰ ਦੇਣ ਲੈਣ ਨੂੰ ਸਾਡੇ ਕੋਲ ਕੁਝ ਹੁੰਦਾ ਨਹੀਂ। ਸ਼ਰਾਰਤੀ ਅਨਸਰਾਂ ਨੂੰ ਅਸੀਂ ਵਿੱਚ ਘੁਸਣ ਨਹੀਂ ਦੇਵਾਂਗੇ। ਜੇ ਕੋਈ ਘੁਸੂਗਾ, ਮੈਨੂੰ ਨਾ ਗੱਲ ਯਾਦ ਆ ਗਈ, ਗੱਲ ਤਾਂ ਹੱਸਣ ਵਾਲੀ ਆ। ਇੱਕ ਤਾਂ ਤੇ ਸਾਡਾ ਮਤਲਬ ਇਕੱਠ ਕਰਿਆ ਹੋਇਆ ਸੀ, ਉਦੋਂ ਬਰਨਾਲੇ 'ਚ ਹੀ ਸੀ ਸਾਡਾ, ਬਹੁਤ ਨਾ ਬਟੂਏ ਨਿਕਲ ਗਏ, ਮੋਬਾਈਲ ਚੱਕੇ ਗਏ ਕਈਆਂ ਦੇ। ਅਸੀਂ ਪੁਲਿਸ ਵਾਲਿਆਂ ਨੂੰ ਲਾਂਭਾ ਦੇਣ ਚਲੇ ਗਏ, ਤੇ ਉਹਨਾਂ ਨੂੰ ਲਾਂਭਾ ਦਿੱਤਾ ਵੀ ਇਹ ਯਾਰ ਅੱਗੇ ਤਾਂ ਸਾਡੇ ਇਕੱਠ 'ਚ, ਕਿਉਂਕਿ ਮਹਿਲ ਕਲਾਂ ਦਾ ਸਾਡਾ ਰਿਕਾਰਡ ਹੈ, ਅਸੀਂ 23 ਸਾਲ ਦੇ ਮਤਲਬ ਬਰਸੀ ਮਨਾਉਂਦੇ ਹੁੰਦੇ ਆ, ਕਦੇ ਕਿਸੇ ਦਾ ਬਟੂਆ ਨਹੀਂ ਲਿਆ, ਕਦੇ ਵੀ ਮਤਲਬ ਕਿਸੇ ਦਾ ਮੋਬਾਈਲ ਨਹੀਂ ਚੱਕਿਆ ਗਿਆ। ਇੱਕ ਵਾਰੀ ਕਿਸੇ ਦਾ 24,000 ਰੁਪਇਆ ਡਿੱਗ ਪਿਆ, ਉਹ ਮੈਨੂੰ ਸਟੇਜ ਤੇ ਫੜਾ ਕੇ ਗਏ। ਅੱਛਾ ਜੀ। ਮਤਲਬ ਕਿਸੇ ਕਿਸਾਨ ਦਾ ਸੀਗਾ, ਉੱਥੋਂ ਬੋਲਿਆ ਤਾਂ ਉਹਨੂੰ ਮੁੜ ਗਿਆ। ਕਹਿਣ ਤੋਂ ਭਾਵ ਮੈਂ ਕਹਿੰਦਾ ਇੱਕ ਮਹਿਕਮਾ ਚੱਲਦਾ ਸਰਕਾਰੀ ਪਲੱਸ ਬਲਾਜੀਬ ਕਤਰੇ, ਉਹ ਮਤਲਬ ਜਿੱਥੇ ਪੁਲਿਸ ਵਾਲੇ ਕਹਿਣ ਉਹ ਨਹੀਂ ਆਉਂਦੇ ਫਿਰ। ਅੱਛਾ ਜੀ। ਹਾਂ, ਉਹ ਬਰਨਾਲੇ ਉਦੋਂ ਨੇ ਲਾਂਭਾ ਦਿੱਤਾ, ਉਹ ਕਹਿੰਦੇ ਵੀ ਇਹ ਬਰਨਾਲੇ ਵਾਲੇ ਸੀ, ਕਹਿੰਦੇ ਮੋਗਿਓਂ ਆਏ ਸੀ। ਅੱਛਾ ਜੀ, ਉਹਨਾਂ ਨੂੰ ਪਤਾ ਸੀ। ਆਹੋ, ਇਹਨਾਂ ਮਤਲਬ ਉਹਨਾਂ ਨੂੰ ਪਤਾ ਹੁੰਦਾ। ਇਦਾਂ ਹੀ ਸੀ ਆ ਨਾਲ ਦੇ ਕਸਬੇ 'ਚ ਕਿਹਾ ਇੱਕ ਦਿਨ, ਅਸੀਂ ਕਿਹਾ ਵੀ ਸਾਡੀ ਸਭ ਤੋਂ ਪਹਿਲਾਂ ਪੁਲਿਸ ਵਾਲੇ ਆ ਗਏ ਸਾਡੇ ਕੋਲ ਪੁੱਛਣ ਵੀ ਦੱਸੋ ਜੀ ਸਾਡੀ, ਅਸੀਂ ਕਿਹਾ ਹੈਗਾ ਤੁਹਾਡੇ ਤਾਈਂ ਵੀ ਸਾਡੇ ਕਿਸਾਨਾਂ ਕੋਲੇ ਪੈਸੇ ਪੂਸੇ ਨਹੀਂ ਹੁੰਦੇ ਵਾਲੇ, ਥੋੜੇ ਹੀ ਹੁੰਦੇ ਆ, ਥੋੜੇ ਜੇਬ ਕਤਰੇ ਕੱਢ ਕੇ ਲੈ ਜਾਂਦੇ, ਮੋਬਾਈਲ ਚੱਕ ਕੇ ਲੈਂਦੇ, ਵੀ ਸਾਡੇ ਇਕੱਠ ਦੇ ਵਿੱਚ ਜੇਬ ਕਤਰਾ ਨਹੀਂ ਕੋਈ ਬਣਨਾ ਚਾਹੀਦਾ, ਉਹਨਾਂ ਨੂੰ ਕਹਿ ਦਿਓ ਅੱਜ ਕਿਸੇ ਹੋਰ ਸ਼ਹਿਰ ਜਾਣ। ਅੱਛਾ ਜੀ। ਤੇ ਉਹੀ ਗੱਲ ਕੋਈ ਨਿਕਲਿਆ, ਹਾਂ ਹੋਇਆ ਹੀ ਨਹੀਂ। ਇਹਨਾਂ ਨੂੰ ਪਤਾ ਹੁੰਦਾ, ਕੁੱਟ ਕੇ ਭਜਾ ਦਿੰਦੇ ਆ ਇਹ। ਅੱਛਾ, ਆਪਣੀ ਕੱਲ ਵਾਲੀ ਮੀਟਿੰਗ ਦੀ ਗੱਲ ਚੱਲ ਰਹੀ ਸੀ, ਮਤਲਬ ਹੋਰ ਕੀ ਚੀਜ਼ਾਂ, ਇੱਕ ਤਾਂ ਤੁਸੀਂ ਡਿਸਿਪਲਿਨ ਦੱਸਤਾ, ਹੋਰ ਕੀ ਚੀਜ਼ਾਂ ਤੈਅ ਹੋਈਆਂ ਨੇ ਵੀ ਇਸ ਹਿਸਾਬ ਨਾਲ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਮੋਰਚੇ ਜਿਹੜਾ ਉਹਦੇ 'ਚ ਤੈਅ ਹੋਈਆਂ? ਦੇਖੋ, ਪੰਜਾਬ ਵੱਲੋਂ ਹਰਿਆਣੇ ਦੇ ਨਾਲ ਲੱਗਦੇ ਸਾਡੇ 8 ਨਾਕੇ ਆ, ਜਿੱਥੋਂ ਦੀ ਅਸੀਂ ਪੰਜਾਬ ਦੇ ਐਂਟਰ ਕਰ ਰਹੇ ਹਰਿਆਣੇ 'ਚ ਨੂੰ, 8 ਤੋਂ ਨਹੀਂ ਜਾਊਗਾ ਸਾਡਾ ਜਿਹੜਾ ਮਤਲਬ ਟਰਾਲੀਆਂ, ਇੱਕ ਟਰੈਕਟਰ ਮਗਰ 2-2 ਟਰਾਲੀਆਂ, ਇੱਕ 'ਚ ਰਾਸ਼ਨ ਹੋਊਗਾ, ਲੀੜੇ ਕੱਪੜੇ। ਲੋਕਾਂ ਨੂੰ ਕਿਹਾ ਵੀ ਠੰਡ ਵੱਧ ਗਈ ਭਾਈ, ਲੈ ਕੇ ਚੱਲੋ ਵੱਧ ਤੋਂ ਵੱਧ, ਤੇ ਇੱਕ ਟੈਂਕੀ ਪਾਣੀ ਦੀ, ਜਾਣੀ ਮੰਨ ਲਓ ਸਾਡੇ 10 ਪਿੰਡ ਹੋਣ, 15 ਪਿੰਡ ਹੋਣ, ਉਹਨਾਂ ਕੋਲ ਇੱਕ ਪਾਣੀ ਦੀ ਟੈਂਕੀ, ਸਾਰਾ ਪ੍ਰਬੰਧ ਸਾਡਾ। ਜਾਣੀ ਇਹ ਮੰਨ ਲਓ ਕਿਸਾਨ ਮਿਲਟਰੀ ਹੈ, ਕਿਸਾਨ ਮਿਲਟਰੀ ਜਾਊਗੀ, ਤੇ ਕਿਸਾਨਾਂ ਦੇ ਗੱਡੇ ਹੋਣਗੇ, ਕਿਸਾਨਾਂ ਦਾ ਅੰਨ ਪਾਣੀ ਦਾ ਪ੍ਰਬੰਧ ਹੋਊਗਾ। ਜਾਵਾਂਗੇ ਦਿੱਲੀ ਦਰਬਾਰ ਨਾਲ, ਜਿਵੇਂ ਪਹਿਲਾਂ ਮੈਂ ਪੜ੍ਹਿਆ ਇਤਿਹਾਸ ਦੇ ਵਿੱਚ ਘੋੜਿਆਂ ਤੇ ਜਾਂਦੇ ਹੁੰਦੇ ਸੀ, ਦਿੱਲੀ ਦਰਬਾਰ ਕਰਨੀ ਨੂੰ ਘੋੜਿਆਂ ਤੇ ਜਾਂਦੀ ਹੁੰਦੀ ਫੌਜਾਂ। ਹੁਣ ਅਸੀਂ ਆਪਦੇ ਘੋੜਿਆਂ ਤੇ ਜਾਵਾਂਗੇ। ਜੰਗ ਜਾਰੀ ਆ, ਤੇ ਵਿਸ਼ਵਾਸ ਆ ਸਾਨੂੰ ਦਿੱਲੀ ਦੇ ਤਖਤ ਨੇ ਹਾਰਨਾ, ਕਦੇ ਜਿੱਤਿਆ ਹੀ ਨਹੀਂ। ਚਾਂਦਨੀ ਚੌਂਕ ਨੇ ਜਿੱਤਣਾ, ਅਸੀਂ ਚਾਂਦਨੀ ਚੌਂਕ ਵਾਲੇ ਆ, ਜਿੱਤਾਂਗੇ।
ਅੱਛਾ, ਸ਼ੰਕੇ ਇਸ ਚੀਜ਼ ਦੇ ਜਤਾਏ ਜਾ ਰਿਹਾ ਕਿ ਦਿੱਲੀ ਦੇ ਵਿੱਚ ਸਰਕਾਰ ਨੇ ਐਂਟਰ ਤਾਂ ਹੋਣ ਨਹੀਂ ਦੇਣਾ। ਜਦੋਂ ਕਿਸੇ ਕਿਸਾਨ ਆਗੂ ਦੇ ਨਾਲ ਗੱਲ ਹੁੰਦੀ ਆ ਤਾਂ ਉਹ ਇਹੀ ਕਹਿੰਦੇ ਆ ਕਿ ਅਸੀਂ ਇਹ ਚੀਜ਼ ਤਾਂ ਸਾਨੂੰ ਪਤਾ ਆ, ਅਸੀਂ ਸੋਚ ਕੇ ਚੱਲੇ ਆ ਕਿ ਸਾਨੂੰ ਦਿੱਲੀ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ। ਤਾਂ ਪਹਿਲਾਂ ਹਰਿਆਣਾ ਦਾ ਬਾਰਡਰ ਵੀ ਆਉਂਦਾ, ਹਰਿਆਣੇ ਤੋਂ ਐਂਟਰ ਕਰਨਾ ਪੈਣਾ ਆ। ਤਾਂ ਅਗਲੀ ਸਟੇਟ ਦੇ ਵਿੱਚ ਜਦੋਂ ਐਂਟਰ ਕਰੋਗੇ ਤਾਂ ਕੋਈ ਉਸ ਬਾਬਤ ਰਾਬਤਾ ਤੁਹਾਡਾ ਉੱਥੋਂ ਦੀ ਸਰਕਾਰ ਦੇ ਨਾਲ ਹੋਇਆ ਆ? ਦੇਖੋ, ਅਸੀਂ ਸਰਕਾਰ ਨਾਲ ਕੋਈ ਰਾਬਤਾ ਨਹੀਂ ਕਰਨਾ। ਸਰਕਾਰ ਨੂੰ ਚੇਤਾਵਨੀ ਜ਼ਰੂਰ ਦਿੱਤੀ ਹੈ ਹਰਿਆਣੇ ਦੀ ਨੂੰ। ਪਹਿਲਾਂ ਇੱਕ ਵਾਰੀ ਇਹਨਾਂ ਨੇ ਦਿੱਲੀ ਜਾਣ ਵਾਲਾ ਸੰਘਰਸ਼ ਅਕਾਲੀਆਂ ਨੇ ਫੇਲ ਕੀਤਾ ਸੀ, ਤੇ ਮੈਨੂੰ ਲੱਗਦਾ ਹਰਿਆਣੇ ਦੀ ਸਰਕਾਰ ਨੂੰ ਖਾਸਾ ਮਹਿੰਗਾ ਪਿਆ ਸਿਆਸੀ ਤੌਰ ਤੇ। ਜੋ ਮੇਰੀ ਅਸੈਸਮੈਂਟ ਆ, ਮੈਨੂੰ ਲੱਗਦਾ ਵੀ ਸ਼ਾਇਦ ਪੰਗਾ ਨਾ ਲੈਣ ਇਹ ਰੋਕਣ ਵਾਲਾ, ਨਿਗਾਹ ਦੇਣ ਦਿੱਲੀ ਨੂੰ, ਕਿਉਂਕਿ ਜੇ ਸਾਨੂੰ ਰੋਕਣਗੇ ਤਾਂ ਹਰਿਆਣੇ ਵਾਲੇ ਤਾਂ ਜਾਣਗੇ ਨਾ ਗਾ। ਹਰਿਆਣਾ ਵਾਲਿਆਂ ਨਾਲ ਅਸੀਂ ਇਕਜੁੱਟ ਆ। ਮੈਨੂੰ ਨਹੀਂ ਲੱਗਦਾ ਜਿਹੜੀ ਐ ਮੰਨ ਲਾ ਹਾਫ ਜਿਹਾ ਲੱਗਦਾ ਵੀ ਰੋਕ ਵੀ ਸਕਦੇ ਆ ਹਰਿਆਣੇ। ਮਤਲਬ ਫਿਰ ਸਾਡਾ ਕੀ ਆ, ਸਾਡੇ ਕੋਲ ਤਾਂ ਉਹਦੇ ਕਹਿਣਾ ਨੂੰ ਜਿਵੇਂ ਸਾਡੇ ਪਿੰਡਾਂ 'ਚ ਗੱਡੀਆਂ ਵਾਲੇ ਆਉਂਦੇ ਨਹੀਂ ਹੁੰਦੇ ਜੀ, ਸਾਡੇ ਕੀ ਆਪਣੇ ਪਿੰਡਾਂ 'ਚ ਉਹ 15 20 ਗੱਡੀਆਂ ਵਾਲੇ ਆਉਂਦੇ ਆ। ਜਿੱਥੇ ਆਥਣ ਹੋ ਜਾਂਦਾ ਉੱਥੇ ਚੁੱਲ੍ਹਾ ਚੌਂਕਾ ਬਣਾ ਲੈਂਦੇ ਆ। ਫਿਰ ਜਿੱਥੇ ਘੇਰਨਗੇ ਉੱਥੇ ਅਸੀਂ ਚੁੱਲ੍ਹੇ ਚੌਂਕਾ ਬਣਾਵਾਂਗੇ, ਜਾਮ ਲਾ ਲਾਂਗੇ। ਦਿੱਲੀ ਤਾਂ ਘੇਰੀ ਹੋ ਜਾਊ ਨਾ, ਫਿਰ ਉਹ 'ਚ ਸਾਡਾ ਕਸੂਰ ਥੋੜ੍ਹੀ ਹੋਊਗਾ, ਉਹਦਾ ਪਰ ਘੇਰਨ ਵਾਲਿਆਂ ਦਾ ਕਸੂਰ ਹੋਊ, ਆਪੇ ਸਾਂਭਣਗੇ ਸਾਨੂੰ। ਅੱਛਾ, ਪੂਰੀ ਤਰ੍ਹਾਂ ਦੇ ਨਾਲ ਜੇ ਚਲੋ ਨਹੀਂ ਐਂਟਰ ਹੋਣ ਦਿੰਦੇ ਤਾਂ ਦਿੱਲੀ ਦੇ ਰਾਹ ਪੂਰੀ ਤਰ੍ਹਾਂ ਦੇ ਨਾਲ ਬੰਦ ਕੀਤੇ ਜਾਣਗੇ? 5 ਰਸਤੇ ਜੀ, ਰਾਜਸਥਾਨ, ਉੱਤਰਾਖੰਡ, ਯੂਪੀ, ਹਰਿਆਣਾ ਤੇ ਪੰਜਾਬ। 5 ਸਟੇਟਾਂ ਦੇ ਵਿੱਚੋਂ ਪੂਰੀ ਫੁੱਲ ਗਿਣਤੀ ਜਾਊਗੀ। ਦੂਜੀਆਂ ਸਟੇਟਾਂ ਦੇ ਵਿੱਚ ਹੀ ਪ੍ਰੋਟੈਸਟ ਹੋਣਗੇ। ਕੁਛ ਚੋੜ ਮੇ ਉਹਨਾਂ ਦੇ ਡੈਲੀਗੇਟ ਆ ਜਾਣਗੇ, ਮਤਲਬ ਜਿਹੜੀਆਂ ਦੂਰ ਵਾਲੀਆਂ ਨੇ, ਕਿਉਂਕਿ ਬੱਸਾਂ ਰੇਲਾਂ ਦੀ ਸਹੂਲਤ ਹੈ ਨਹੀਂ ਉਨੀ। ਆ ਫਿਰ ਦਿੱਲੀ 'ਚ ਕਰੋਨਾ ਵਾਲਾ ਰੌਲਾ ਫੇਰ ਪਾ ਲਿਆ। ਬਿਲਕੁਲ ਉਹੋ ਜਿਹੀਆਂ ਹਾਲਤਾਂ 'ਚ ਉਹ ਆਪ ਦੇ ਮਤਲਬ ਸਟੇਟਾਂ ਦੇ ਵਿੱਚ ਹੀ ਕਰਨਗੇ ਵੱਧ। ਤੇ ਆਹ ਜਿਹੜੀਆਂ 5 ਸਟੇਟਾਂ ਨੇ ਇਹ ਮਤਲਬ ਦਿੱਲੀ ਨੂੰ 5 ਰਸਤੇ ਹਜੇ ਮਤਲਬ ਕੱਲ੍ਹ ਦੀ ਮੀਟਿੰਗ ਨੇ ਤੈਅ ਕੀਤੇ ਆ। ਜਿਵੇਂ ਫਿਰ ਉਹ ਸਾਨੂੰ ਕੱਲ ਕਹਿਣਗੇ ਜਿਹੜੀ ਆਪਣਾ ਸੰਯੁਕਤ ਕਿਸਾਨ ਮੋਰਚਾ ਬਣ ਗਿਆ ਉਹਦੀ ਕੋਆਰਡੀਨੇਸ਼ਨ ਜਿਵੇਂ ਸਾਨੂੰ ਕਹੂਗੀ ਨਾਲ ਦੀ ਨਾਲ, ਹੁਣ ਤਾਂ ਉਹਨਾਂ ਦੇ ਹੱਥ ਵੱਸ ਹੈ। ਅੱਛਾ, ਇਹ ਤੇ ਕੀ ਮੰਨਦੇ ਜਿਹੜਾ ਹੁਣ ਤੁਸੀਂ ਕਿਹਾ ਵੀ ਕਰੋਨਾ ਵਾਲਾ ਰੌਲਾ ਦਿੱਲੀ ਨੇ ਫੇਰ ਪਾ ਲਿਆ, ਕੀ ਲੱਗਦਾ ਕਿਤੇ ਨਾ ਇੱਥੇ ਵੀ ਕਿਤੇ ਨਾ ਕਿਤੇ ਸਿਆਸਤ ਹੋ ਰਹੀ ਆ? ਹਾਂਜੀ, ਪੂਰੀ ਸਿਆਸਤ ਹੈ। ਦੇਖੋ, ਹੁਣ ਤੱਕ ਕਰੋਨਾ ਚੁੱਪ ਰਿਹਾ। ਜਦੋਂ ਆਪਾਂ ਕਰੋਨਾ ਵਾਲੇ ਇਕੱਠ ਕਰਕੇ ਕਰੋਨਾ ਭਜਾਤਾ, ਕਰੋਨਾ ਪੰਜਾਬ 'ਚ ਬੜਿਆ ਨਹੀਂ, ਪੰਜਾਬ 'ਚ ਨਹੀਂ ਬੜਿਆ, ਦਿੱਲੀ 'ਚ ਵੀ ਨਹੀਂ ਬੜਿਆ। ਉਦੋਂ ਪਹਿਲਾਂ ਜਦੋਂ ਤੱਕ ਆਪਾਂ ਬੋਲੇ ਨਹੀਂ ਸੀ, ਮੈਨੂੰ ਯਾਦ ਆ ਗਿਆ ਅਮਰਿੰਦਰ ਨੇ ਆ ਹੁਣ ਝੋਨਾ ਖਰੀਦਣ ਤੋਂ ਪਹਿਲਾਂ ਮੰਡੀਆਂ ਦੇ ਵਿੱਚ ਉਹ ਡੱਬੇ ਜੇ ਮਰਵਾਤੇ। ਬਿਲਕੁਲ, ਚਿੱਟੇ ਜਿਹੇ ਡੱਬੇ ਬਣਵਾਤੇ ਵੀ ਕਿਸਾਨ ਇੱਕ ਟਰਾਲੀ ਲਿਆਇਆ ਕਰੇ ਝੋਨੇ ਦੀ। ਇਹ ਬਾਲੇ ਸਿਆੜੇ ਨਹੀਂ ਹੁੰਦੇ, ਕਿਹੜਾ ਖੇਤ ਚਕਾ ਕੇ ਉਹਨੇ ਪੈਦਾ ਕੀਤੀ ਹੁੰਦੀ ਆ। ਹੁਣ ਚੱਲ ਅਸੀਂ ਫਿਰ ਸਵਾਲ ਵੀ ਕੀਤਾ ਉੱਥੇ ਮੀਟਿੰਗ ਦੇ ਵਿੱਚ ਅਮਰਿੰਦਰ ਨੂੰ ਵੀ ਜਿਹੜਾ ਕਰੋਨਾ ਜੀ ਇਹ ਕਿਹੋ ਜਿਹੀ ਬਿਮਾਰੀ ਆ ਵੀ ਇਹ ਝੋਨੇ ਨੂੰ ਵੀ ਹੋਣ ਲੱਗ ਗਈ। ਉਹ ਕਹਿੰਦੇ ਕਿਵੇਂ? ਅਸੀਂ ਆਖਿਆ ਵੀ ਤੁਸੀਂ ਕਹਿੰਦੇ ਝੋਨੇ ਦੀ ਇੱਕ ਟਰਾਲੀ ਲਿਆਉਣੀ, ਜੇ ਦੂਜੀ ਲਿਆਂਦੀ ਤਾਂ ਉਹਨੂੰ ਕਰੋਨਾ ਹੋ ਜੂ। ਇਹਦੇ ਨਾ ਤਾਂ ਕਿਸੇ ਮੰਤਰੀ ਨੂੰ ਨਾ ਕਿਸੇ ਸੈਕਟਰੀ ਨੂੰ ਜਵਾਬ ਨਹੀਂ ਆਇਆ। ਕਰੋਨਾ ਤਾਂ ਕਿਸਾਨ ਨੂੰ ਹੋਊ, ਮੰਨ ਲਓ ਮੈਂ ਝੋਨਾ ਲੈ ਕੇ ਜਾਣਾ, ਕਰੋਨਾ ਮੈਨੂੰ ਹੋਣਾ ਸੀ, ਮੇਰੇ ਝੋਨੇ ਨੂੰ ਤਾਂ ਨਹੀਂ ਹੋਣਾ। ਝੋਨਾ ਤਾਂ ਮੈਂ 15 ਕਿੱਲਿਆਂ ਦਾ ਵੱਢ ਕੇ ਸਿੱਟ ਹੀ ਸਕਦਾ। ਇਹਨਾਂ ਫੇਰ ਅਕਲ ਆਈ ਇਹਨਾਂ ਨੂੰ, ਕਹਿੰਦੇ ਹਾਂ ਜੀ ਕਰੋਨਾ ਝੋਨੇ ਨੂੰ ਤਾਂ ਨਹੀਂ ਹੁੰਦਾ, ਕਿਸਾਨ ਨੂੰ ਹੁੰਦਾ। ਹੁਣ ਕਿਸਾਨ ਤਾਂ ਇੱਕੋ ਹੀ ਹੁੰਦਾ, ਟਰਾਲੀਆਂ ਉਹਦੀਆਂ 15, ਉਹ ਕੱਲੀ ਕਿਵੇਂ ਵੱਢੂ? ਇਹਨਾਂ ਦਾ ਪਹਿਲਾਂ ਫਰਮਾਨ ਜਾਰੀ ਕਰਤਾ ਸੀ ਕਰੋਨਾ ਦੇ ਨਾਂ ਹੇਠ ਹੀ। ਮਤਲਬ ਇਹ ਲੋਕਾਂ ਨੂੰ ਮੂਰਖ ਬਣਾਉਂਦੇ। ਅਸਲ 'ਚ ਕਰੋਨਾ ਹੈ ਮਾੜੀ ਮੋਟੀ ਬਿਮਾਰੀ, ਜਾਨੀ ਮਹਾਮਾਰੀ ਨਹੀਂ ਹੈ। ਇਹ ਬਿਮਾਰੀ ਆ, ਮਹਾਮਾਰੀ ਨਹੀਂ ਹੈ। ਤੇ ਮੈਂ ਤਾਂ ਇਸ ਗੱਲ ਤੋਂ ਵੀ ਸਾਬਤ ਕੀਤਾ, ਜਿਹੜੇ ਘਰਾਂ ਦੇ ਵਿੱਚ ਕਰੋਨੇ ਵਾਲੇ ਮਰੀਜ਼ ਆਏ ਸੀ ਉਹਨਾਂ ਦੇ ਫਿਰ ਸਾਰੇ ਟੱਬਰ ਨੂੰ ਤਾਂ ਹੋਇਆ ਨਹੀਂ ਜੀ। ਮਰੀਜ਼ ਆਏ ਨੇ ਸਾਡੇ ਮਿੱਤਰਾਂ ਨੂੰ ਵੀ ਮਤਲਬ ਹੋਇਆ, ਕਈਆਂ ਨੂੰ ਚਲੋ ਉਮਰ ਦੇ ਹਿਸਾਬ ਨਾਲ ਜਾਓ, ਫਿਰ ਉਹਨਾਂ ਸਾਰੇ ਪਰਿਵਾਰ ਨੂੰ ਤਾਂ ਹੋਇਆ ਜੀ। ਇੰਨਾ ਹੀ ਆ, ਮਤਲਬ ਹੱਥ ਧੋ ਸਾਡੇ ਤਾਂ ਲਾ ਦੇਖੋ ਲਾਲ ਕੱਢਦੇ ਹੱਥ। ਅੱਗੇ ਸਾਡੇ ਹੱਥ ਹੁੰਦੇ ਆ ਮਿੱਟੀ ਵਾਲੇ ਹੁੰਦੇ ਆ ਨਾ, ਇਹਨਾਂ ਨੇ ਮਲ ਕੇ ਹੱਥ ਧਵਾ ਕੇ 2-3 ਮਹੀਨੇ 4 ਮਹੀਨਿਆਂ 'ਚ ਲਾਲ ਕਰਤੇ ਲੈ। ਬਿਲਕੁਲ, ਉਹ ਡਰਾਬਾ ਹੀ ਆ। ਅੱਛਾ, ਇਸ ਮੋਰਚੇ ਦੇ ਵਿੱਚ ਤੁਹਾਡੇ ਨਾਲ ਚਲੋ ਪੰਜਾਬ ਤੋਂ ਮੰਨ ਲਈਏ ਸਿਆਸੀ ਲੀਡਰ, ਕਿਉਂਕਿ ਹੁਣ ਤਾਂ ਭਾਜਪਾ ਦਾ ਗੱਠਜੋੜ ਅਕਾਲੀ ਦਲ ਤੇ ਭਾਜਪਾ ਦਾ ਟੁੱਟ ਗਿਆ। ਚਾਹੇ 22 ਦੀ ਸੀਟ ਭਾਲਣ ਦੇ ਤੌਰ ਤੇ ਹੀ ਦੇਖ ਲਈਏ ਵੀ 22 ਦੇ ਵਿੱਚ ਜਿਹੜੀਆਂ 22 ਦੀਆਂ ਚੋਣਾਂ ਵੀ ਆ ਰਹੀਆਂ, ਉਦੋਂ ਵੀ ਆਪਦੀ ਜਿਹੜੀ ਰਾਜਨੀਤੀ ਚਮਕਾ ਰਿਹਾ, ਉਹਦੇ ਲਈ ਕੋਈ ਵੀ ਪਾਰਟੀ ਆ ਉਹਦੇ ਲਈ ਕੋਈ ਤੁਹਾਡੇ ਨਾਲ ਰਾਬਤਾ, ਕਿਸਾਨ ਯੂਨੀਅਨ ਦੇ ਨਾਲ ਤੁਹਾਡੇ ਮੋਰਚੇ ਦੇ ਨਾਲ ਰਾਬਤਾ ਹੋਇਆ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ, ਉਸ ਤਰੀਕ ਨੂੰ ਅਸੀਂ ਵੀ ਤੁਹਾਡੇ ਨਾਲ ਉੱਥੇ ਜਾ ਰਹੇ ਹਾਂ? ਇਦਾਂ ਦਾ ਕੋਈ ਰਾਬਤਾ ਸਿਆਸੀ ਲੀਡਰਾਂ ਵੱਲੋਂ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਹੋਇਆ ਹੋਵੇ ਹਾਲੇ ਤੱਕ? ਦੇਖੋ, ਉਹ ਲੀਡਰ ਇੰਨੇ ਘਬਰਾਏ ਹੋਏ ਆ, ਉਹ ਸਾਡੇ ਨਾਲ ਰਾਬਤਾ ਤਾਂ ਉਹਨਾਂ ਨੂੰ ਪਤਾ, ਕਿਉਂਕਿ ਸਾਡੀ ਨਸਲ ਦਾ ਪਤਾ ਵੀ ਸਾਨੂੰ। ਉਹਨਾਂ ਨੂੰ ਇੱਕ ਗੱਲ ਕਹੀ ਹੈ ਵੀ ਜਿਹੜਾ ਵੀ ਮਦਦ ਕਰਨੀ ਚਾਹੁੰਦਾ ਕਿਸਾਨ ਮੋਰਚੇ ਦੀ, ਆਪਦਾ ਝੰਡਾ ਨਹੀਂ ਲਿਆਊਗਾ, ਆਪਦਾ ਉਹ ਮਤਲਬ ਜਿਹੜੇ ਤੇ ਲੱਗੇ ਮੁੱਛਾਂ ਚਾੜ ਕੇ ਉਹਨੇ। ਇੱਕ ਦਿਨ ਮੈਂ ਗਿਆ ਇੱਕ ਇਕੱਠ 'ਚ, ਕਾਲੀ ਮੰਤਰੀ ਆ ਗਿਆ ਉੱਥੇ। ਅੱਛਾ ਜੀ, ਕਾਲੀਆਂ ਦਾ ਸ਼ਾਇਦ MLA ਸੀ ਉਹ ਮੁੱਛਾਂ ਚੰਗੀਆਂ ਚਾੜੀਆਂ ਤੇ ਮੈਂ ਮੂਹਰੇ ਬੈਠਾ ਸੀ।
ਉਹਨੇ ਹੋਰ ਤਾਂ ਕੋਈ ਦਾ ਚੱਲਿਆ ਨਹੀਂ। ਇੱਕ ਤੁਹਾਡੇ ਵਾਲੇ, ਮੈਂ ਕੋਈ ਗੁੱਸਾ ਨਾ ਕਰਿਓ, ਤੁਹਾਡੇ ਵਾਲੇ ਵੀ ਉਹਨਾਂ ਦੀ ਸੇਵਾ ਬਹੁਤ ਕਰਦੇ ਆ। ਬਿਲਕੁਲ ਉਹ ਜਦੋਂ ਬਹਿ ਗਿਆ ਆ ਕੇ ਮੇਰੇ ਮਗਰ 'ਚ ਬੈਠੇ 4-5 ਬੰਦੇ ਛੱਡ ਕੇ, ਉਹ ਚੱਲ ਐਂ ਸੀ ਕੋਈ ਬੈਠ ਗਿਆ, ਕਹਿੰਦਾ ਮੈਂ ਅੱਜ ਕਿਸਾਨ ਆਇਆ। ਮੈਂ ਕਿਹਾ ਤੂੰ ਤਾਂ ਅੱਜ ਕਿਸਾਨ ਆਇਆ, ਉਹ ਦੂਜਿਆਂ ਨੇ ਸਾਰੇ ਕਿਸਾਨ ਪਾਸੇ ਕਰਤੇ, ਮੇਰੇ ਬਰਾਬਰ ਤੇਰੀ ਫੋਟੋ ਆਊਗੀ। ਮੈਂ ਰੌਲਾ ਪਾ ਲਿਆ ਬਈ, ਬਿਲਕੁਲ, ਤੇ ਬਿਠਾ ਦੇ ਮੂਹਰੇ। ਮੈਂ ਕਿਹਾ ਕਾਹਤੋਂ ਉੱਠਦੇ ਹੋ ਵੀ ਤੁਸੀਂ ਮੂਹਰੇ ਬਹਾ ਤੇ ਉਹ ਪਿੱਛੇ ਜੇ ਬੈਠਾ ਰਿਹਾ, ਦੇਖੀ ਗਿਆ 2-2.5 ਘੰਟੇ। ਜੇ ਉਦਾਂ ਆ ਕੇ ਬਹਿ ਜੂ ਮਗਰ ਕੋਈ ਕਿਸਾਨ ਬਣ ਕੇ, ਉਹਨੂੰ ਅਸੀਂ ਠਾਲਦੇ ਨਹੀਂ। ਕਿ ਜੇ ਕੋਈ ਸਿਆਸੀ ਲੀਡਰ ਬਣ ਕੇ ਆਊਗਾ, ਉਹ ਫਿਰ ਕੁੱਤੇ ਖਾਣੀ ਕਰਾ ਕੇ ਜਾਊ। ਧਨੇਰ ਸਾਹਿਬ, ਕਿੰਨੇ ਕੁ ਇਕੱਠ ਦੇ ਅਸਾਰ ਆ? ਦੇਖੋ ਜੀ, ਇਕੱਠ ਗਿਣਿਆ ਨਹੀਂ ਜਾਣਾ। ਕਈ ਜਥੇਬੰਦੀਆਂ ਤਾਂ ਮਤਲਬ ਵੱਡੇ ਐਲਾਨ ਵੀ ਕਰੀ ਜਾਂਦੀਆਂ ਵੀ ਅਸੀਂ 2-2 ਲੱਖ ਲੈ ਕੇ ਜਾਵਾਂਗੇ। ਦੇਖੋ, ਅਸੀਂ ਤਾਂ ਥੋੜਾ ਯੁੱਧ ਲੰਮਾ ਤੇ ਲਮਕਵਾਂ ਲੜਨ ਦੀ ਸਾਡੀ ਸਕੀਮ ਹੈ, ਸਾਡੀ ਜਥੇਬੰਦੀ ਸਾਰੀਆਂ ਦਾ ਹੀ, ਸਾਡਾ 30 ਦਾ ਹੀ ਐਂ ਜੇ ਬਣਿਆ ਵੀ ਵੱਡਾ ਜ਼ੋਰ ਤਾਂ ਲਾਈਏ ਜੇ ਇੱਕ ਦਿਨ ਦਾ ਹੀ ਹੋਵੇ ਜੀ। ਆਪਾਂ ਇਹਨੂੰ ਲਮਕਦਾ ਰੱਖਾਂਗੇ। ਸਹਿੰਦੀ ਪਾਵਰ ਆਪਾਂ ਦਿੱਲੀ ਵੱਲ ਨੂੰ ਲੈ ਕੇ ਜਾਣੀ ਆ। ਦਿੱਲੀ ਵਾਲੇ ਕਿਹੜਾ ਗਾਹਾਂ ਬਾਰਡਰ ਤੇ ਮਤਲਬ ਅਮਰੀਕਾ ਵਾਲੀ ਮਿਲਟਰੀ ਲਾਈ ਖੜੇ ਆ। ਅਸੀਂ ਜਿੰਨੇ ਜਾਵਾਂਗੇ ਪ੍ਰੋਟੈਸਟ ਹੋਣਾ। ਪ੍ਰੋਟੈਸਟ ਨੇ ਆ ਤੁਸੀਂ ਮਤਲਬ ਦਿਖਾਉਣਾ ਦੁਨੀਆ 'ਚ, ਹੈਨਾ। ਮੈਨੂੰ ਲੱਗਦਾ ਇੱਕਦਮ ਵੀ ਨਹੀਂ ਸਾਨੂੰ ਪੱਬਾਂ ਭਾਰ ਹੋ ਜਾਣਾ ਚਾਹੀਦਾ ਵੀ ਇੱਕ ਦਿਨ ਵੱਡੀਆਂ ਫੋਟੋਆਂ ਕਰਾ ਕੇ ਅਸੀਂ ਪਿੱਛੇ ਮੁੜਾਈਏ। ਸਾਡਾ ਤਾਂ ਇਹ ਬਣਿਆ ਸੀ ਸਹਿੰਦੀ ਤਾਕਤ। ਇਧਰੋਂ ਜਿਉਂ-ਜਿਉਂ ਲੋਕ ਵਿਹਲੇ ਹੁੰਦੇ ਜਾਣਗੇ, ਲੋਕ ਮੋਰਚੇ ਨਾਲ ਜੁੜਨਗੇ ਤੇ ਲੰਮਾ ਦਮ ਰੱਖ ਕੇ ਲੜਾਂਗੇ। ਕੋਈ ਗੱਲ ਨਹੀਂ। ਅਸੀਂ ਤਾਂ, ਮੈਂ ਤਾਂ ਲੱਖਾਂ 'ਚ ਨਹੀਂ ਜਾਂਦਾ, ਸਾਡੀ ਜਥੇਬੰਦੀ ਤਾਂ ਹਜ਼ਾਰਾਂ 'ਚ ਹੀ ਜਾਊਗੀ। ਬਾਕੀ ਜਥੇਬੰਦੀਆਂ ਨੇ ਸਾਰੀਆਂ ਨੇ ਜ਼ੋਰ ਲਾਇਆ ਆਪਦੇ ਵਿੱਤ ਮੁਤਾਬਕ। ਇੱਕ ਗੱਲ ਦੀ ਇਮਾਨਦਾਰੀ ਹੈ ਇਸ ਗੱਲ 'ਚ, ਆਪਦੇ ਚਾਹੇ ਕੋਈ 500 ਲਿਜਾਣ ਵਾਲਾ, ਚਾਹੇ ਕੋਈ 5000 ਲਿਜਾਣ ਵਾਲਾ, ਚਾਹੇ ਕੋਈ 5 ਲੱਖ ਲਿਜਾਣ ਵਾਲਾ, ਉਹ ਪੱਬਾਂ ਭਾਰ ਹੋ ਕੇ ਜ਼ੋਰ ਲਾਊ ਇਮਾਨਦਾਰੀ ਨਾਲ। ਇਹ ਮੋਰਚੇ ਨੇ ਸਾਬਤ ਕਰ। ਅੱਛਾ, ਇੱਕ ਵੀ ਲੋਕ ਹੁਣ ਸੋਚਣ ਦੇ ਲਈ ਇਹ ਚੀਜ਼ ਲਈ ਮਜਬੂਰ ਹੋ ਗਏ ਕਿ ਜਦੋਂ ਪੂਰੀ ਜਥੇਬੰਦੀ ਜਿਹੜੀ ਆ, ਮੋਰਚਾ ਜਿਹੜਾ ਆ ਦਿੱਲੀ ਵੱਲ ਨੂੰ ਵਧੂਗਾ, ਤਾਂ ਪੰਜਾਬ ਦੇ ਵਿੱਚ ਜਿਹੜੇ ਜਿੱਦਾਂ ਕਈ ਟੋਲ ਬੰਦ ਕੀਤੇ ਹੋਏ ਆ, ਸਾਰੇ ਪੰਜਾਬ ਦੇ ਟੋਲ ਬੰਦ ਕੀਤੇ ਹੋਏ ਆ, ਪੈਟਰੋਲ ਪੰਪ ਬੰਦ ਕੀਤੇ ਆ, ਉਹਨਾਂ ਦਾ ਕੀ ਰਹਿਣਾ? ਇੱਥੋਂ ਚੱਕ ਲਓਗੇ ਜਾਂ ਉਹ ਐਜ਼ ਇਟ ਇਜ਼ ਬੰਦ ਰਹਿਣਗੇ? ਦੇਖੋ, ਹਲਦੀ ਘੜੀ ਸਾਡਾ ਇਹੀ ਪਾਸ ਹੋਇਆ ਵੀ ਪੰਜਾਬ 'ਚ ਜੈਸੇ ਥੇ ਵੈਸੇ ਹੀ ਚੱਲੇਗਾ। ਉਹਨੂੰ ਚਲਾਉਣਾ ਕਿਵੇਂ ਆ? 21 ਮੈਂਬਰੀ ਟੀਮ ਬਹਾਉਣੀ ਆ, 11 ਮੈਂਬਰੀ ਬਹਾਉਣੀ, ਉਹ ਇਲਾਕਿਆਂ ਦੇ ਹਿਸਾਬ ਨਾਲ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕੱਲ੍ਹ ਨੂੰ 21 ਨੂੰ ਹੋਣੀਆਂ, ਉਹ ਸੈੱਟ ਹੋਊਗਾ। ਮੋਰਚਾ ਜੈਸੇ ਥੇ ਹੀ ਚੱਲਣਾ, ਛੱਡਣਾ ਕੁਝ ਵੀ ਨਹੀਂ ਹੈਗਾ। ਦਿੱਲੀ ਵੱਲ ਨੂੰ ਵਧਣਾ। ਇਹ ਪੈਂਤਰਾ ਵੱਡਾ ਆ ਗਿਆ ਵੀ ਉਦੋਂ ਗਾਹਾਂ ਅਗਲੀ ਕਾਰੋਂ ਦਿੱਲੀ ਵੱਲ ਨੂੰ ਪੱਟਣੀ। ਅੱਛਾ, ਕਿੰਨਾ ਲੰਮਾ ਚੱਲਣ ਦੇ ਵੇਖੋ ਅਸਾਰ ਵੈਸੇ ਤਾਂ ਕੋਈ ਹੁੰਦੇ ਨਹੀਂ, ਕਿਉਂਕਿ ਜਦੋਂ ਪਹਿਲਾਂ ਟੋਲ ਬੰਦ ਹੋਏ ਸੀ ਸ਼ਾਇਦ ਉਦੋਂ ਇਹ ਵੀ 5-7 ਦਿਨਾਂ ਦੇ ਲਈ ਆ, ਤਾਂ 60-65 ਦਿਨ ਹੋ ਗਏ। ਕੋਈ ਹੈ ਅਸਾਰ ਵੀ ਇੱਥੋਂ ਤੱਕ ਮੋਰਚਾ ਜਾ ਸਕਦਾ ਆ? ਕਿਉਂਕਿ ਪਹਿਲੀ ਪਲਾਨ ਜ਼ਰੂਰ ਕਰਨਾ ਪੈਂਦਾ ਹੈ ਸਾਨੂੰ, ਕਿੱਥੇ ਤੱਕ ਪਹੁੰਚ। ਦੇਖੋ, ਪਲਾਨ ਤਾਂ ਸਾਡਾ ਕਰ ਲਿਆ। ਸਾਡਾ ਹੈਗਾ 4 ਮਹੀਨੇ ਦਾ। ਅੱਛਾ ਜੀ, ਘੱਟੋ ਘੱਟ। ਗਾਹਾਂ ਫੈਸਲਾ ਸਾਡਾ ਵੀ 1 ਹਫ਼ਤੇ 'ਚ ਮੁਕਾਉਣਾ। ਇਹ ਮੋਦੀ ਦੇ ਜਿਹੜੇ ਕਾਰਪੋਰੇਟ ਘਰਾਣੇ ਆ, ਮੈਨੂੰ ਲੱਗਦਾ ਸੋਚਣ ਤਾਂ ਲੱਗੇ ਹੀ ਹੋਣਗੇ। ਉਹ ਜ਼ਰੂਰ ਨਿਬੇੜਨਾ ਉਹਨਾਂ ਨੇ ਆ, ਕਿਉਂਕਿ ਕਾਲੇ ਕਾਨੂੰਨ ਰੱਦ ਕਰਾਉਣੇ ਆ। ਹੋਰ ਸਾਡੀ ਕੋਈ ਬਹੁਤੀ ਲੰਮੀ ਲੜਾਈ ਨਹੀਂ ਉਹਦੇ ਨਾਲ, ਬਾਕੀ ਦੀ ਫੇਰ ਲੜਦੇ ਰਹਾਂਗੇ। ਐਤਕੀ ਮਤਲਬ ਕਾਲੇ ਕਾਨੂੰਨ ਵਾਪਸ ਕਰਾ ਕੇ ਅਸੀਂ ਆ ਕੇ ਕਣਕਾਂ ਨੂੰ ਪਾਣੀ ਪੂਣੀ ਲਾਈਏ। ਤੇ ਮੋਦੀ ਮਨ ਕੀ ਬਾਤ ਹੁਣ ਐਂ ਦੇਖਦੇ ਦੁਬਾਰੇ ਸੋਚ ਕੇ ਵੀ ਮਨ ਕੀ ਹੁਣ ਤਾਂ ਪੁੱਗਣੀ ਨਹੀਂ, ਜਾਂ ਫਿਰ ਵਾਧੂ ਗਾਹਾਂ ਹਿਟਲਰ ਵਾਲੀ ਹੋਊ ਇਹਦੇ ਨਾਲ, ਆਪੇ ਚਲਿਆ ਜਾਣਾ ਨੇ। ਤੇ ਕੰਪਨੀਆਂ ਨੂੰ ਨਹੀਂ ਪੈਰ ਧਰ ਦਿੰਦੇ ਅਸੀਂ ਪੰਜਾਬ ਦੀ ਧਰਤੀ ਤੇ, ਭਾਰਤ ਦੀ ਧਰਤੀ ਤੇ। ਜਿਹੜੀਆਂ ਹੈਗੀਆਂ ਅਸੀਂ ਤਾਂ ਹੀ ਘੇਰ ਕੇ ਦਿਖਾਇਆ ਉਹਨਾਂ ਨੂੰ, ਟ੍ਰੇਲਰ ਦਿਖਾ ਰਹੇ ਆ ਵੀ ਟੋਲ ਪਲਾਜੇ ਜਾਂ ਮੌਲ ਘੇਰੇ ਆ। ਜਿਹੜੀਆਂ ਨਵੀਆਂ ਆਉਣ ਨੂੰ ਫਿਰਦੀਆਂ ਨੇ ਉਹਨਾਂ ਨੂੰ ਦਿਖਾਇਆ ਟ੍ਰੇਲਰ ਵੀ ਐਂ ਹੋਊ ਤੁਹਾਡੇ ਨਾਲ। ਅੱਛਾ, ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਰੁਖ ਜਿਵੇਂ ਦਾ ਹੋਣਾ ਐਵੇਂ ਦਾ ਹੀ ਰਹਿੰਦਾ ਆ ਕਿ ਚਲੋ ਕੋਈ ਨਹੀਂ, ਜੋ ਪ੍ਰੋਟੈਸਟ ਇਹ ਕਰਦੇ ਆ ਕਰੀ ਜਾਣ ਦੋ। ਹਾਲਾਂਕਿ ਹੁਣ ਪ੍ਰੋਟੈਸਟ ਜਿਹੜਾ ਵੱਡੇ ਲੈਵਲ ਤੇ ਹੋਣਾ, ਪੂਰੇ ਵੱਡੇ ਲੈਵਲ ਤੇ ਹੋਣਾ, ਦਿੱਲੀ ਵੱਲ ਕੂਚ ਕਰਨੀ ਆ, ਤਾਂ ਫਿਰ ਉਸ ਦੇ ਲਈ ਫਿਰ ਕੀ ਪਲਾਨ ਨੇ? ਦੇਖੋ, ਪਲਾਨ ਜਿਹੜੀ ਅੱਜ ਹੀ ਮਤਲਬ ਆਪਾਂ ਕਹਿ ਦਈਏ, ਦੇਖੋ ਮੋਦੀ ਦੀ ਤਾਂ ਪਲਾਨ ਹੈ ਕਿ ਉਹਦੀ ਮਨ ਕੀ ਬਾਤ ਹੈ, ਸਾਡੀ ਮਨਾਂ ਦੀ ਬਾਤ ਹੈ। ਬਹੁਤ ਮਨ ਇਕੱਠੇ ਹੋਣਗੇ, ਬਹੁਤ ਦਿਮਾਗ ਇਕੱਠੇ ਹੋਣਗੇ ਨਾਲ ਦੀ ਨਾਲ। ਕੋਈ ਸੋਚਦੇ ਰਹਿਣਾ ਸਾਡੀ ਵੀ ਜਿਹੜੀ ਲੀਡਰਸ਼ਿਪ ਹੈ ਉਹਦੀ ਮੋਰਚਾ ਚਲਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ। ਆਉਣ ਵਾਲੀ ਹਾਲਤ 'ਚ ਬਸ ਇੱਕ ਗੱਲ ਹੈਗੀ ਆ ਵੀ ਇਸ ਸੰਘਰਸ਼ ਦੇ ਵਿੱਚ ਪਲੱਸ ਹੋਊਗੀ, ਪਿੱਛੇ ਮੁੜਨ ਵਾਲੀ ਗੱਲ ਹੈ ਨਹੀਂ, ਕੋਈ ਮਾਈਨਸ ਨਹੀਂ ਆਉਂਦੀ, ਪਲੱਸ ਹੋਊਗਾ। ਹਾਲਤਾਂ ਨੇ ਪਲੱਸ ਹੀ ਪਲੱਸ ਕਰੀ ਜਾਣਾ ਬਸ। ਤੇ ਪਲੱਸ ਤੋਂ ਦਿੱਲੀ ਤਖਤ ਕੋਲੇ ਜਾ ਵੜਨਾ ਸੀ, ਮਾਰਨੇ ਪਟਕਾ ਕੇ ਦਿੱਲੀ ਦੇ ਤਖਤ ਤੋਂ ਇਹ ਲੋਕਾਂ ਦਾ ਰਾਜ ਕਰਾਂਗੇ। ਅੱਛਾ, ਇੱਕ ਗੱਲਾਂ ਹੋਰ ਕੁਝ ਸੁਣਨ ਦੇ ਵਿੱਚ ਆਈਆਂ ਨੇ, ਕੁਝ ਪਿੰਡਾਂ ਤੋਂ ਸਾਨੂੰ ਜਿਹੜੀਆਂ ਰਿਪੋਰਟਾਂ ਮਿਲਦੀਆਂ, ਕੁਝ ਪਿੰਡਾਂ ਦੇ ਵਿੱਚ ਜਿਹੜੇ ਸਿਆਸੀ ਲੀਡਰ ਆ ਉਹਨਾਂ ਵੱਲੋਂ ਕੁਝ ਇਦਾਂ ਦੇ ਨੁਮਾਇੰਦੇ ਭੇਜੇ ਗਏ ਆ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਲੈਣ ਦੇ ਲਈ ਤਿਆਰ ਨੇ, ਕਿ ਲੋਕਾਂ ਦੀਆਂ ਜ਼ਮੀਨਾਂ ਲੈ ਰਹੇ ਨੇ। ਜਿੱਦਾਂ ਆਪਾਂ ਕਹਿੰਦੇ ਸੀ ਕਿ ਹੌਲੀ ਹੌਲੀ ਆਉਣਗੇ, ਤੇ ਪਿੰਡਾਂ ਦੇ ਕੁਝ ਲੋਕ ਇਦਾਂ ਦੇ ਵੀ ਹੈਗੇ ਆ ਜਿਹੜੇ ਜ਼ਮੀਨਾਂ ਦੇਣ ਨੂੰ ਤਿਆਰ ਆ ਕਿ ਸਾਨੂੰ ਇੰਨੇ ਰੁਪਏ ਮਿਲ ਰਹੇ ਆ, ਤਿਆਰ ਆ। ਉਸ ਚੀਜ਼ ਤੇ ਕੋਈ ਵਿਉਂਤਬੰਦੀ ਤੁਹਾਡੀ ਹੋਈ ਆ? ਤੁਹਾਡੇ ਤੱਕ ਇਹ ਗੱਲ ਪਹੁੰਚੀ ਆ ਕਿ ਇਦਾਂ ਦਾ ਕੁਝ ਪਿੰਡਾਂ ਦੇ ਵਿੱਚ ਚੱਲ ਰਿਹਾ ਕਿਤੇ ਨਾ ਕਿਤੇ? ਚਾਹੇ ਪਿਛਲੇ ਲੈਵਲ ਤੇ ਚੱਲ ਰਿਹਾ, ਛੋਟੇ ਲੈਵਲ ਤੇ ਚੱਲ ਰਿਹਾ, ਪਰ ਸਾਨੂੰ ਜਿਹੜੀ ਰਿਪੋਰਟ ਮਿਲੀ ਆ ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਸ਼ੁਰੂ ਹੋ ਗਈਆਂ ਨੇ। ਦੇਖੋ, ਇਹ ਸਾਡੇ ਧਿਆਨ 'ਚ ਤਾਂ ਨਹੀਂ ਆਈ ਕੋਈ,
ਪਰ ਇਹ ਹੈਗਾ ਹੀ ਉਹਨਾਂ ਦਾ ਵੱਧ ਭਾਅ ਦੇ ਕੇ ਜ਼ਮੀਨ ਦਾ, ਵੱਧ ਭਾਅ ਦੇ ਕੇ ਉਹਨਾਂ ਲੈਣ ਦੀ, ਤਾਂ ਅਸੀਂ ਪ੍ਰਚਾਰ 'ਚ ਹੀ ਕਰ ਰਹੇ ਵੀ ਇੱਕ ਵਾਰੀ ਉਹ ਭਾਅ ਵੱਧ ਦੇਣਗੇ, ਉਹ ਭਾਵੇਂ ਉਹਨਾਂ ਨੇ ਠੇਕੇ ਤੇ ਲੈਣੀ ਹੋਵੇ, ਭਾਵੇਂ ਮਤਲਬ ਬੈ ਲੈਣੀ ਹੋਵੇ, ਉਹ ਪੈਸੇ ਦੇ ਕੇ ਮਤਲਬ ਜ਼ਮੀਨ 'ਚੋਂ ਕੱਢਣਗੇ, ਹੈ ਨਾ। ਐਦਾਂ ਹੀ ਜਿਵੇਂ ਤੁਸੀਂ ਕਿਹਾ ਵੀ ਏਕੜ ਹੋਣਗੇ, ਦੇਖੋ ਭੇਡਾਂ ਦਾ ਰੰਗ ਸਾਰੀਆਂ ਦਾ ਇੱਕੋ ਜਿਹਾ ਨਹੀਂ ਹੁੰਦਾ, ਬਿਲਕੁਲ ਕਾਲੀਆਂ ਵੀ ਹੁੰਦੀਆਂ ਵਿੱਚ ਨਾ, ਉਹ ਹੁਣ ਇਹਨਾਂ 'ਚ ਵੀ ਹੋ ਹੀ ਸਕਦੀਆਂ ਕਾਲੀਆਂ ਭੇਡਾਂ, ਤੇ ਇਹ ਤਾਂ ਕੋਈ ਅੱਤ ਕਥੜੀ ਨਹੀਂ ਹੁੰਦਾ ਹੀ ਇਹ ਜੀ। ਅੱਛਾ, ਜਦੋਂ ਸੰਘਰਸ਼ ਚੱਲਿਆ ਬੜੇ ਕਲਾਕਾਰ ਨਾਲ ਸੀ, ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕੁਝ ਚੰਦਕ ਕਲਾਕਾਰ ਰਹਿ ਗਏ, ਬਾਕੀ ਸਾਰੇ ਪਿੱਛੇ ਹੋ ਗਏ ਜਾਂ ਫਿਰ ਵਾਪਸ ਆਪਦੇ ਧੰਦੇ ਵੱਲ ਨੂੰ ਚੱਲ ਗਏ ਕਿ ਕਰੋਨਾ ਚਲੋ ਹੁਣ ਖਤਮ ਹੋ ਗਿਆ, ਮਹਾਮਾਰੀ ਦਾ ਦੌਰ, ਹੁਣ ਥੋੜਾ ਜਿਹਾ ਜਿਹੜੇ ਪ੍ਰੋਗਰਾਮ ਵਗੈਰਾ ਖੁੱਲਿਆ ਉਧਰ ਵੱਲ ਚੱਲ ਗਏ, ਤਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ ਕਲਾਕਾਰਾਂ ਦਾ ਕੰਮ ਵੈਸੇ ਤਾਂ ਕਲਾਕਾਰੀ ਉਹ ਹੁੰਦੀ ਆ ਜਿਹੜਾ ਯੋਗਦਾਨ ਨਿਭਾ ਗਏ ਉਹ ਜਾਂ ਨਿਭਾ ਰਹੇ ਆ, ਅਸੀਂ ਤਾਂ ਉਹਨੂੰ ਸ਼ੁਭ ਸ਼ਗਨ ਕਹਾਂਗੇ। ਤੇ ਦੂਜਾ ਜਿਹੜਾ ਸੱਭਿਆਚਾਰ ਬਦਲ ਗਿਆ, ਦੇਖੋ ਪਹਿਲਾਂ ਗੰਦਾ ਸੱਭਿਆਚਾਰ ਸੀ, ਉਹੀ ਹੋਇਆ ਕਿ ਜੇ ਨੱਚਦੀ ਦੀ ਬਾਂਹ ਫੜ ਲਈ ਹੈ ਨਾ, ਉਹ ਰਾਤੀ ਮਿਲਣ ਨਾ ਆਈ ਵੇ ਪਹਿਰਾ ਲੱਗਦਾ, ਪਿੰਡਾਂ 'ਚੋਂ ਪਹਿਰਿਆਂ ਦੇ ਵੀ ਗਾਣੇ ਬਣਾਤੇ ਸੀ, ਹੈ ਨਾ। ਤੇ ਹੁਣ ਜਿਹੜੇ ਗੀਤ ਆ 2 ਮਹੀਨਿਆਂ ਦੇ ਸੱਭਿਆਚਾਰ ਨੇ ਬਦਲੇ ਨੇ, ਹੁਣ ਕਿਸਾਨਾਂ ਦੇ ਗੀਤ ਨੇ ਜੀ, ਉਹੀ ਤਰਜਾਂ ਤੇ ਦਿਸਣ ਉਹਨਾਂ ਨੂੰ ਕਿਸਾਨ ਘੋਲ ਲੱਗ ਗਈ, ਕਿਸਾਨ ਘੋਲ ਦੇ ਵਿੱਚ ਉਹ ਗੀਤ ਉਪਜ ਰਹੇ ਨੇ। ਇਹ ਮਤਲਬ ਉਹਨਾਂ ਦੀ ਵੀ ਸ਼ਾਬਾਸ਼ ਹੈ ਜਿਨ੍ਹਾਂ ਨੇ ਆਪਦਾ, ਮੈਂ ਤਾਂ ਪਹਿਲਾਂ ਕਿਉਂਕਿ ਮੈਂ ਗਾਉਂਦਾ ਰਿਹਾ, ਮੈਂ ਗੰਦੇ ਸਾਹਿਬ ਦੇ ਖਿਲਾਫ ਗੀਤ ਗਾਉਂਦਾ ਹੁੰਦਾ ਸੀ, ਉਦੋਂ ਕਹਿੰਦੇ ਹੁੰਦੇ ਸੀ ਸਾਡੀ ਨੋਹ ਧੀ ਪਾਣੀ ਪਿਆਵੇ, ਸੁੱਥੜ ਟੰਗ ਕੇ ਮੱਝ ਨਹਾਵੇ, ਤੂੜੀ ਕੱਢ ਕੇ ਬਾਂਡਰ ਲਾਵੇ, ਉਸੇ ਦੀ ਹੋਈ ਲਿਬੜੂਗੀ ਗੁੱਤ, ਇਹ ਲਿਖਦੇ ਆ ਰਿਕਾਰਡ ਕੰਜਰ ਦੇ ਪੁੱਤ। ਇਹ ਰਿਕਾਰਡ ਲਿਖਦੀ ਤੂੜੀ ਨਾਲ ਤੇਰੀ ਗੁੱਤ ਲਿਬੜੀ, ਸਾਡੀ ਧੀ ਦੀ ਲਿਬੜਦੀਆਂ ਗੁੱਤ। ਇਹ ਉਦੋਂ ਇਹ ਕਲਚਰ ਬਣਦਾ ਨਹੀਂ ਅੱਜ ਕਿਸਾਨਾਂ ਦਾ। ਜਾਂ ਫਿਰ ਉਦੋਂ ਅਸੀਂ ਕਹਿੰਦੇ ਸੀ, ਮੈਂ ਉਹਦੇ ਵਿੱਚ ਹੀ ਸੱਦਾ ਦਿੱਤਾ, ਜਿਹਨੇ ਜੰਮੇ ਜਿਹਨੇ ਪਾਲੇ, ਔਰਤ ਨੂੰ ਰੰਨ ਆਖਣ ਵਾਲੇ, ਕਵੀ ਓਏ ਤੁਹਾਡੇ ਮੂੰਹ ਸਰਕਾਲੇ, ਔਰਤ ਤਾਂ ਹੈ ਬੜੀ ਮਹਾਨ, ਜਿਹਨੇ ਜੰਮੇ ਦਾਤੇ ਰਾਜਾ। ਉਸ ਔਰਤ ਬਾਰੇ ਗੀਤ ਇਹੋ ਜਿਹੀਆਂ ਕਲਮਾਂ ਲਿਖਦੀਆਂ ਹੁੰਦੀਆਂ ਸੀ। ਫਿਰ ਮੈਂ ਉਹਨਾਂ ਨੂੰ ਮੱਤ ਵੀ ਦਿੱਤੀ ਸੀ ਵੀ ਤੁਸੀਂ ਕਰੋਗੇ ਗੀਤ ਕਿਹਦੇ ਲਿਖੋ, ਭਗਤ ਸਿੰਘ ਨੂੰ ਲਿਖੋ ਲਿਖਾਓ, ਨਲੂਏ ਦੀ ਕੋਈ ਗਾਥਾ ਗਾਓ, ਚੰਡੀ ਦੀ ਫਿਰ ਵਾਰ ਦਰਾਓ, ਗੋਬਿੰਦ ਸਿੰਘ ਨੂੰ ਕਰ ਲੋ ਯਾਦ, ਗੰਦਾ ਸਾਹਿਤ ਮੁਰਦਾਬਾਦ। ਜੀ ਅੱਛਾ, ਇੱਕ ਹੋਰ ਦੱਸਿਓ, ਹੁਣ ਤੱਕ ਨੌਜਵਾਨੀ ਨੂੰ ਸਾਂਭ ਕੇ ਰੱਖਿਆ, ਤੁਹਾਡੇ ਨਾਲ ਖੜੀ, ਮੋਢੇ ਨਾਲ ਮੋਢਾ ਜੋੜ ਕੇ ਸਾਂਭ ਕੇ ਰੱਖਿਆ, ਲੰਬਾ ਘੋਲਾ ਜਿਹੜਾ ਹੁਣ ਚੱਲਣ ਵਾਲਾ ਇੱਕ ਨਵੇਂ ਸੰਘਰਸ਼ ਦੇ ਵਿੱਚ ਪੈਰ ਪਊਗਾ 26 ਤੋਂ, ਉਦੋਂ ਇਸ ਨੌਜਵਾਨੀ ਨੂੰ ਸਾਂਭ ਕੇ ਕਿੱਦਾਂ ਰੱਖੋਗੇ? ਦੇਖੋ ਕਿਸਾਨੀ ਨੌਜਵਾਨੀ ਸਾਡੀ ਸਾਂਭੀ ਹੋਈ ਆ, ਬਹੁਤ ਸਿਆਣਾ ਹੋ ਗਿਆ ਨੌਜਵਾਨ ਜਿਹੜਾ ਆ 2-3 ਮਹੀਨੇ ਦਾ ਉਹਨਾਂ ਨੇ ਸਫ਼ਰ ਤੈਅ ਕੀਤਾ ਨਾ, ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗ ਗਿਆ, ਸੱਚ ਕੀ ਆ। ਮੈਨੂੰ ਨਹੀਂ ਲੱਗਦਾ ਕੋਈ ਨੌਜਵਾਨ ਮਤਲਬ ਕਰਾਹੇ ਪਾਸ ਹੋਊਗਾ। ਅਸੀਂ ਹੁਣ ਲਗਾਤਾਰ ਜਿਹੜੇ ਮੋਰਚੇ ਚੱਲਦੇ ਨੇ, ਨੌਜਵਾਨ ਪੀੜ੍ਹੀ ਆ ਰਹੀ ਆ, ਬਹੁਤ ਹੀ ਵਧੀਆ ਯੂਥ ਸਾਨੂੰ ਸਹਿਯੋਗ ਦੇ ਆਸ ਵੀ ਆ ਸਾਨੂੰ ਨਹੀਂ ਲੱਗਿਆ ਵੀ ਸਾਡੇ ਮੁੰਡੇ ਹੁਣ ਵਿਗੜੇ ਹੋਏ ਆ, ਐਵੇਂ ਇਹਨਾਂ ਤੇ ਭਾਂਡਾ ਭੰਨਿਆ ਹੋਇਆ ਸੀ, ਨਸ਼ੇੜੀ ਹੋ ਗਏ ਜੀ ਪੰਜਾਬ ਦੇ, ਗੱਭਰੂ ਫਲਾਣਾ ਹੋ ਗਿਆ, ਤਾਂ ਸਾਨੂੰ ਤਾਂ ਨਸ਼ੇੜੀ ਦੀਂਦਾ ਨਹੀਂ ਕੋਈ। ਚਲੋ ਐਂ ਤਾਂ ਮੁੱਕਿਆ ਨਹੀਂ, ਕਿਉਂਕਿ ਸਰਕਾਰ ਦਾ ਵੀ ਜ਼ੋਰ ਲੱਗਿਆ ਹੋਇਆ ਨਾ ਨਸ਼ੇੜੀ ਕਰਨ ਤੇ। ਸਰਕਾਰ ਕਹਿੰਦੀ ਆ ਜੇ ਮਤਲਬ ਪਰਾਲੀ ਦਾ ਧੂੰਆਂ ਹੋ ਗਿਆ ਤਾਂ ਸਿਹਤ ਲਈ ਹਾਨੀਕਾਰਕ ਆ, ਤੇ ਸ਼ਰਾਬ ਦੀ ਬੋਤਲ ਦੇ ਉੱਤੇ ਪਹਿਲੇ ਲਿਖਿਆ ਪੀਣ ਲਈ ਸਿਹਤ ਤੇ ਹਾਨੀਕਾਰਕ ਆ, ਉਹਨੂੰ ਧੱਕੇ ਨਾਲ ਸਾਡੇ ਪਿੰਡਾਂ 'ਚ ਵੇਚਦੇ ਆ। ਸਰਕਾਰ ਨੂੰ ਪਤਾ ਨਾ ਵੀ ਹਾਨੀਕਾਰਕ ਆ, ਤੇ ਸਾਡਾ ਧੂੰਆਂ ਜੱਟਾਂ ਦਾ ਬਹੁਤ ਬੁਰਾ ਲੱਗਦਾ ਪਰਾਲੀ ਦਾ, ਉਹ ਸ਼ਰਾਬ ਨਹੀਂ ਬੁਰੀ ਲੱਗਦੀ, ਉਹ ਸਿਹਤ ਲਈ ਹਾਨੀਕਾਰਕ, ਨਾਲੇ ਉੱਤੇ ਲਿਖਿਆ ਹੋਇਆ, ਨਾਲੇ ਧੱਕੇ ਨਾਲ ਪਿਆਈ ਜਾਂਦੇ ਆ। ਜੀ ਅੱਛਾ, ਇੱਕ ਸਵਾਲ ਜਿਹੜਾ ਹਰ ਇੱਕ ਜਿਹੜੇ ਕਿਸਾਨ ਤੁਹਾਡੇ ਨਾਲ ਨੇ ਜਾਂ ਪਿੰਡਾਂ ਦੇ ਵਿੱਚ ਬੈਠੇ ਨੇ ਜਾਂ ਮੇਰੇ ਵਰਗੇ ਨੌਜਵਾਨ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਉਬਾਲੇ ਜ਼ਰੂਰ ਖਾਂਦਾ, ਕਿਉਂਕਿ ਅਸੀਂ ਜਿੱਥੇ ਵੀ ਕਿਤੇ ਜਾਂਦੇ ਹਾਂ ਪੁੱਛਦੇ ਜ਼ਰੂਰ ਆ। ਮੈਂ ਤੁਹਾਡੇ ਤੋਂ ਪੁੱਛੂੰਗਾ, ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਜਾਂ ਮਨਜੀਤ ਸਿੰਘ ਧਨੇਰ ਇਹਨਾਂ ਤਰਨਾਟਾਂ ਦੇ ਕੋਲੇ ਵਿਕੂਗਾ ਤਾਂ ਨਹੀਂ? ਉਹ ਮੈਨੂੰ ਲੱਗਦਾ ਇਹ ਤਾਂ ਹਰੇਕ ਜਿਹਨੂੰ ਪੁੱਛੋਗੇ ਹਰੇਕ ਹੀ ਕਹਿ ਦੂ ਬਿਲਕੁਲ ਵੀ ਮੈਂ ਨਹੀਂ ਵਿਕਦਾ। ਬਿਲਕੁਲ ਇਹੀ ਕਹਿੰਦੇ ਆ। ਉਹ 40 ਸਾਲ ਦਾ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਤੈਅ ਤਾਂ ਉਹਨੇ ਕਰਨਾ। ਅੱਜ ਵੀ ਮੈਂ ਦਾਅਵੇ ਨਾਲ ਕਹਿੰਦਾ, ਜਿਹੜਾ ਸੀਸ ਆ, ਜਦੋਂ ਮੈਨੂੰ ਪਿਛਲੇ ਸਾਲ ਬਰਨਾਲੇ ਜੇਲ੍ਹ ਚੋਂ ਲੋਕ ਕਢਾ ਕੇ ਲਿਆਇਆ 15 ਨਵੰਬਰ ਨੂੰ, ਉਸ ਦਿਨ ਬਾਹਰ ਆ ਕੇ ਕਿਹਾ ਸੀ ਵੀ ਹੁਣ ਲੋਕੋ ਜੇਲ੍ਹ 'ਚ ਮਰਨ ਦੀ ਬਜਾਏ, ਕਿਉਂਕਿ ਨਹੀਂ ਤਾਂ ਬੁੱਢਾ ਹੋ ਕੇ ਮਰ ਜਾਂਦਾ, ਹੁਣ ਇਹਨਾਂ ਨੇ ਕਰੋਨਾ 'ਚ ਮੈਨੂੰ ਮਾਰ ਦੇਣਾ ਸੀ, ਬਿਲਕੁਲ ਹੈ ਨਾ, ਬਹਾਨਾ ਬਣਾਉਣਾ ਸੀ ਇਹਨਾਂ ਨੇ ਕਰੋਨਾ ਦਾ, ਵੀ ਕਰੋਨਾ ਹੋ ਗਿਆ ਜੀ ਕਰੋਨਾ, ਚਲੋ ਜੀ ਮਨਜੀਤ ਧਨੇਰ ਸੁਰਗਵਾਸ। ਪਰ ਜਦੋਂ ਮੈਂ ਮਤਲਬ ਜੇਲ੍ਹ ਦੀ ਕਾਲ ਕੋਠੜੀ 'ਚੋਂ ਬਾਹਰ ਪੈਰ ਧਰਿਆ, ਮੈਂ ਉਦੋਂ ਹੀ ਜਦੋਂ ਦੁਆਰੇ ਝੰਡਾ ਫੜਿਆ ਜਥੇਬੰਦੀ ਦਾ, ਉਦੋਂ ਐਲਾਨ ਕੀਤਾ ਸਟੇਜ ਤੇ ਆ ਕੇ ਵੀ ਅੱਜ ਤੋਂ ਮੇਰਾ ਜਿਹੜਾ ਸੀਸ ਆ ਇਹ ਲੋਕਾਂ ਵਾਸਤੇ ਹਾਜ਼ਰ ਹੈ, ਇਕੱਲੇ ਕਿਸਾਨਾਂ ਵਾਸਤੇ ਨਹੀਂ, ਜਿੱਥੇ ਵੀ ਧੱਕਾ ਹੋਊਗਾ। ਉਦੋਂ ਚੌਥੇ ਕੁ ਦਿਨ ਜਾ ਕੇ ਮੈਂ ਬੇਰੁਜ਼ਗਾਰਾਂ 'ਚ ਕੁੱਟ ਖਾਧੀ ਆ ਸੰਗਰੂਰ, ਨਾਲ 2 ਭਰਾਵਾਂ ਦੀ ਮੌਤ ਹੋਈ ਪਈ ਸੀ, ਉਹਦੇ ਸਦਮੇ ਦੇ ਵਿੱਚ ਵੀ ਮੈਂ ਮਤਲਬ ਉੱਥੇ ਗਿਆ।
ਇਹ ਬੰਦੇ ਦੀ ਪਰਖ ਤਾਂ ਅਸਲ ਘੋਲਾਂ 'ਚ ਹੁੰਦੀ ਆ। ਬਿਲਕੁਲ। ਕਿਉਂਕਿ ਮੈਨੂੰ ਇਹ ਲੱਗਦਾ ਹੈ, ਜੇ ਮੇਰੇ ਕੋਲ ਪੈਲੀ ਘੱਟ ਵੀ ਆ, ਜ਼ਮੀਨ ਜਿਹਨੂੰ ਕਹਿੰਦੇ ਜ਼ਮੀਨ ਘੱਟ ਆ, ਮੇਰੇ ਕੋਲ ਜ਼ਮੀਰ ਬਹੁਤ ਤਕੜੀ ਆ। ਜ਼ਮੀਰ ਮੈਨੂੰ ਇਤਿਹਾਸ ਨੇ ਦਿੱਤੀ ਆ, ਮੇਰੇ ਮਿੱਤਰਾਂ ਨੇ ਦਿੱਤੀ ਆ, ਮੇਰੇ ਸੰਗੀ ਸਾਥੀ ਮੇਰੇ ਵਰਗੇ ਬਹੁਤ ਆ ਹੋਰ, ਜਿਨ੍ਹਾਂ ਨੇ ਮੈਨੂੰ ਇਸ ਥਾਂ ਤੇ ਖੜਾ ਕੀਤਾ। ਮੇਰੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਮੈਨੂੰ ਜੇਲ੍ਹ ਚੋਂ ਕੱਢ ਕੇ ਲਿਆਂਦਾ, ਤੇ ਉਹਨਾਂ ਨੂੰ ਯਾਰ ਇੰਨਾ ਕੋਈ ਨਹੀਂ ਦੇ ਸਕਦੇ ਆਪਾਂ ਸੀਸ ਦਾਨ ਕਰ ਦਈਏ ਉਹਨਾਂ ਨੂੰ। ਸੀਸ ਦਾਨ ਕਰਨਾ ਮਤਲਬ ਇਹ ਜਿਹੜਾ ਭਗਤ ਸਿੰਘ ਨੇ ਕਿਹਾ ਸੀ ਬਈ ਇਹ ਜਿਹੜੀ ਵਿਚਾਰਧਾਰਾ ਇਹਨੂੰ ਕੁੱਲੀਆਂ 'ਚ ਲੈ ਕੇ ਜਾਣ ਦੀ, ਫਾਂਸੀ ਚੜ੍ਹਨ ਨੂੰ ਭਗਤ ਸਿੰਘ ਨੇ ਕਿਹਾ ਵੀ ਫਾਂਸੀ ਚੜ੍ਹਨਾ ਓਡੀ ਵੱਡੀ ਕੁਰਬਾਨੀ ਨਹੀਂ, ਜਿਹੜਾ ਲੋਕਾਂ ਦੀਆਂ ਕੁੱਲੀਆਂ 'ਚ ਆ ਕੇ ਲੋਕਾਂ ਨੂੰ ਆਉਣ ਵਾਲੇ ਇਨਕਲਾਬ ਬਾਰੇ ਸਮਝਾਉਣਾ। ਆ ਜਿਹੜਾ ਇਨਕਲਾਬ ਆਉਣਾ ਨਾ ਮੂਹਰੇ, ਉਸ ਇਨਕਲਾਬ ਵਾਸਤੇ ਦਿਨ ਰਾਤ ਲੋਕਾਂ ਦੇ ਘਰਾਂ 'ਚ ਜਾ ਕੇ, ਲੋਕਾਂ ਦੀਆਂ ਕੁੱਲੀਆਂ 'ਚ ਜਾ ਕੇ ਸਮਝਾ ਰਹੇ ਆ। ਤੇ ਆਪਣੇ ਆਪ ਤੋਂ ਮੈਂ ਆਸ ਕਰਦਾ ਵੀ ਇਹ ਮਨਜੀਤ ਧਨੇਰ 'ਚ ਨਹੀਂ, ਮਨਜੀਤ ਧਨੇਰ 'ਚ ਕੀ ਗੱਲ ਆ ਗਈ। ਮੈਂ ਕਹਿੰਦਾ ਮੇਰੀ ਜਿਹੜੀ ਅਸਲ 'ਚ ਉਹ ਹੈਗੀ ਘੇਰਾ ਸਾਡਾ ਲੀਡਰਸ਼ਿਪ ਦਾ, ਇਹੋ ਜਿਹਾ ਸਵਾਲ ਮੈਨੂੰ ਲੱਗਦਾ ਪੈਦਾ ਹੁੰਦਾ ਨਹੀਂ। ਫਿਰ ਬਾਕੀ ਕਹਾਂ ਜੀ ਜੀ। ਅੱਛਾ, 24 ਤਰੀਕ ਨੂੰ ਕਿੱਥੋਂ ਚੱਲ ਰਹੇ ਹੋ? 24 ਤਰੀਕ ਨੂੰ ਧਨੇਰੋਂ ਹੀ ਚੱਲਾਂਗੇ। ਧਨੇਰੋਂ ਚੱਲਾਂਗੇ। ਧਨੇਰੋਂ ਇੱਕ ਦੋ ਵਿਚਾਰੇ ਬੁੱਢੇ ਜਿਹਾ ਉਹ ਕਹਿੰਦੇ ਜਾਣਾ ਮੋਰਚੇ, ਟਰਾਲੀ 'ਚ ਨਹੀਂ। ਮੈਂ ਉਹਨਾਂ ਨੂੰ ਕਿਹਾ ਮੈਂ ਮੇਰੇ ਵਾਲੀ ਗੱਡੀ 'ਚ ਬੈਠਿਓ, ਗੱਡੀ ਨਾਲ ਲੈ ਕੇ ਚੱਲਾਂਗੇ। ਗੱਡੀ ਦੀ ਲੋੜ ਵੀ ਰਹਿੰਦੀ ਹੈ, ਕੋਈ ਢਿੱਲਾ ਮੱਠਾ ਹੋਰ ਹੈ ਨਾ। ਬਿਲਕੁਲ। ਤੇ ਬਾਕੀ ਲੀੜੇ ਚੱਲਣ ਦਾ ਸਮਾਂ ਰਾਤ ਦਾ, ਚੱਲਣ ਦਾ ਸਮਾਂ ਤਾਂ ਜੇ ਅੱਜ ਹੁਣ ਤੈਅ ਕਰਾਂਗੇ। ਅੱਜ ਪੰਜਾਬ ਦੀ ਮੀਟਿੰਗ ਹੋ ਰਹੀ ਹੈ ਸਾਡੀ ਬਰਨਾਲੇ, ਉਹਦੇ 'ਚ ਅੱਜ ਸਾਰੇ ਜ਼ਿਲ੍ਹਿਆਂ ਦੀ ਬਣਤਰ, ਕਿਹੜੇ ਜ਼ਿਲ੍ਹੇ ਨੇ ਕਿੱਥੋਂ ਨਹੀਂ ਲੰਘਣਾ, ਉਹ ਸਾਰੀਆਂ ਬਿਆਨਬੰਦੀਆਂ ਬਣਨੀਆਂ। ਜਿੱਥੇ ਡਿਊਟੀ ਲੱਗੂਗੀ ਜਾਵਾਂਗੇ। ਜੀ ਜੀ। ਧਨੇਰ ਸਾਹਿਬ, ਤੁਹਾਡਾ ਸੁਨੇਹਾ ਕਿਸਾਨ ਭਰਾਵਾਂ ਦੇ ਲਈ, ਕਿਸਾਨਾਂ ਦੇ ਲਈ ਕੀ ਆ, ਤੇ ਵੰਗਾਰ ਲੀਡਰਾਂ ਦੇ ਲਈ ਕੀ ਆ? ਦੋ ਸੁਨੇਹੇ ਦਿਓ। ਪਹਿਲਾ ਕਿਸਾਨਾਂ ਦੇ ਲਈ ਸੁਨੇਹਾ। ਦੇਖੋ, ਕਿਸਾਨਾਂ ਲਈ ਸੁਨੇਹਾ ਇਹ ਹੈ ਵੀ ਜਿਹੜਾ ਮੋਦੀ ਤੁਹਾਡੇ ਅੱਛੇ ਦਿਨ ਕਹਿੰਦਾ ਹੈ, ਕਿਸਾਨ ਭਰਾਵੋ ਹੈਗੇ ਤੁਹਾਡੇ ਮਾੜੇ ਦਿਨ। ਇਸ ਗੱਲ ਨੂੰ ਸਮਝ ਕੇ ਆਪ ਦੇ ਆਉਣ ਵਾਲੇ ਦਿਨਾਂ ਨੂੰ ਅੱਛੇ ਕਰਨ ਖਾਤਰ ਜਿਹੜਾ ਇਹ ਹੱਕੀ ਸੰਗਰਾਮ ਚੱਲਦਾ, ਇਹਦੇ ਛੋਟੇ ਛੋਟੇ ਮਤਭੇਦ ਛੱਡ ਕੇ, ਐਵੇਂ ਮਤਲਬ ਵੱਟਾਂ ਖੂੰਜਿਆਂ ਦੀ ਲੜਾਈ ਜਾਂ ਸਾਡੇ ਪਿੰਡਾਂ 'ਚ ਮਾੜੇ ਮੋਟੇ ਮਤਭੇਦ ਹੁੰਦੇ ਆ, ਉਹਦੇ 'ਚ ਫਿਰ ਦੂਜੇ ਨੂੰ ਨੀਵਾਂ ਦਿਖਾਉਣ ਤੇ ਇਹਨਾਂ ਗੱਲਾਂ ਨੂੰ ਭੁੱਲ ਕੇ ਦਿੱਲੀ ਵੱਲ ਨੂੰ ਕੂਚ ਕਰਨਾ ਚਾਹੀਦਾ 25 ਤਰੀਕ ਨੂੰ। ਜਿਹੜੇ ਦੂਰ ਵਾਲੇ ਉਹਨਾਂ ਨੇ 24 ਨੂੰ ਸ਼ੁਰੂ ਕਰ ਦੇਣਾ। ਤੇ ਲੀਡਰਾਂ ਨੂੰ ਮੈਨੂੰ ਵੈਸੇ ਹੁਣ ਤਾਂ ਵਿਸ਼ਵਾਸ ਹੈ ਵੀ ਲੀਡਰਸ਼ਿਪ ਕੋਈ ਉਹੋ ਜਿਹਾ ਮਤਲਬ ਲੋਕ ਵਿਰੋਧੀ ਕੰਮ ਨਹੀਂ ਕਰੂਗੀ। ਮੈਂ ਇਸ ਆਸ ਨਾਲ ਹੀ ਕਹੂੰਗਾ ਵੀ ਲੀਡਰ ਭਾਈਚਾਰਿਆ ਤੁਸੀਂ ਵੀ ਬਚਾਇਓ ਇਸ ਗੱਲ ਤੋਂ, ਕੋਈ ਮਤਲਬ ਇਹੋ ਜਿਹੀ ਹਵੀ ਨਵੀ ਨਾ ਹੋ ਜੇ। ਭਾਵੇਂ ਸਾਨੂੰ ਪੂਰਨ ਵਿਸ਼ਵਾਸ ਹੈ ਸਾਡੀ ਲੀਡਰਸ਼ਿਪ ਜਿਹੜੀ ਸੰਘਰਸ਼ਾਂ ਦੇ ਵਿੱਚੋਂ ਪੈਦਾ ਹੋਈ ਆ, ਫਿਰ ਵੀ ਕੋਈ ਇਹੋ ਜਿਹੀ ਨਾ ਦਿਖਾਉਣ ਉਹ ਜਿਹੜੀ ਨਾ ਮਤਲਬ ਲੋਕਾਂ ਦੇ ਮਨਾਂ ਨੂੰ ਠੇਸ ਲੱਗੇ। ਇਸ ਆਸ ਨਾਲ ਦਿੱਲੀ ਨੂੰ ਜਾਵਾਂਗੇ, ਜਿੱਤ ਕੇ ਮੁੜਨਾ। ਉਹੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਇਹੀ ਕਹਿ ਗਿਆ ਗੋਬਿੰਦ ਬਾਬਾ ਬੂਝਾ ਮਰਗਿੰਦ, ਦਾਗ ਲਾਇਓ ਨਾ ਮਨੁੱਖਤਾ ਦੇ ਨਾਮ ਨੂੰ, ਜਾਰੀ ਰੱਖਿਓ ਹੱਕਾਂ ਦੇ ਸੰਗਰਾਮ ਨੂੰ। ਇਹ ਹੱਕੀ ਸੰਗਰਾਮ ਹੈ, ਗੁਰੂ ਗੋਬਿੰਦ ਸਿੰਘ ਕਹਿ ਕੇ ਗਿਆ। ਤੇ ਹੱਕੀ ਸੰਗਰਾਮ ਤੇ ਅੱਗੇ ਵਧਾਂਗੇ, ਲੜਾਂਗੇ। ਸਾਡੇ ਸਾਥੀ ਵਿਛੜੀ ਵੀ ਜਾਂਦੇ ਆ ਮੋਰਚਿਆਂ 'ਚ, ਕਈਆਂ ਦੀ ਮੌਤ ਹੋ ਗਈ। ਆ ਜਗਰਾਉਂ ਮੈਨੂੰ ਪਤਾ ਲੱਗਿਆ ਸਾਡੇ ਇੱਕ ਭੈਣ ਦੀ ਮੌਤ ਹੋ ਗਈ, ਵਿਚਾਰੀ ਦੀ ਮੋਰਚੇ 'ਚ ਆਈ ਸੀ। ਵਿਛੜੀ ਵੀ ਜਾਂਦੇ ਆ, ਨਵੇਂ ਵੀ ਰਲੀ ਜਾਂਦੇ ਆ। ਤੇ ਉਹਦੇ ਵਾਂਗੂ ਤੁਰਾਂਗੇ, ਜਿੱਤਾਂਗੇ, ਲੜਾਂਗੇ। ਦਿੱਲੀ ਦੀ ਹਕੂਮਤ ਦੇ ਲਈ ਵੰਗਾਰ। ਆ ਦਿੱਲੀ ਦੀ ਹਕੂਮਤ ਦੇ ਨਹੀਂ, ਲੋਕਾਂ ਦੀ ਇਹ ਵੈਰ ਨੇ। ਲੋਕ ਹੜ ਲੈ ਜੂਗਾ, ਹੜਾ ਜਾਗ ਪਏ ਨੇ ਲੋਕ, ਹੁਣ ਚੱਲਣੀ ਨਹੀਂ ਧੌਂਸ ਤੇਰੀ, ਕਾਲੇ ਤੂੰ ਕਾਨੂੰਨ ਲੈ ਬਣਾ। ਜੀ ਧਨੇਰ ਸਾਹਿਬ, ਤੁਸੀਂ ਅੱਜ ਕੀਮਤੀ ਸਮਾਂ ਦਿੱਤਾ, ਤੁਹਾਡੇ ਨਾਲ ਸਮਾਂ ਕੱਢ ਕੇ ਮਿਲੇ ਆ। ਕਿਉਂਕਿ ਪਹਿਲਾਂ ਜਦੋਂ ਆਪਾਂ ਮਿਲਦੇ ਸੀ ਕਿਸੇ ਧਰਨਿਆਂ ਤੇ ਤਾਂ ਉੱਥੇ ਸਮਾਂ ਨਹੀਂ ਮਿਲਦਾ ਸੀ, ਕਿਉਂਕਿ ਤੁਹਾਡੀ ਗੱਲਬਾਤ ਜਿਹੜੀ ਅਸੀਂ ਤਾਂ ਕਿ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਆ। ਅਸੀਂ ਗੋਦੀ ਮੀਡੀਆ ਨੂੰ ਤਾਂ ਜਿਹੜਾ ਆ ਉਹਨਾਂ ਦੀ ਗੱਲ ਨਹੀਂ। ਤੁਸੀਂ ਬੰਦ ਕਰਨ ਲੱਗੇ ਹੋ, ਮੈਨੂੰ ਇੱਕ ਗੱਲ ਯਾਦ ਆ ਗਈ। ਦਿੱਲੀ ਨੂੰ ਚੱਲੇ ਆ। ਜ਼ਰੂਰ। ਲੋਕ ਦੁਖੀ ਚਿਹਰਿਆਂ ਦੇ ਮੋਦੀ ਦੇ ਮਗਰ ਜਿਹੜੇ ਖੜੇ ਆ, ਤੇ ਮੋਦੀ ਲੋਕ ਦੁਖੀ ਚਿਹਰਿਆਂ ਦੇ ਬੁਰਕੇ ਨੂੰ ਪਾੜ ਸਿੱਟੂ, ਸੜਕਾਂ ਤੇ ਨੇਜਿਆਂ ਦੀ ਨੋਕ ਨਹੀਂ। ਦਿੱਲੀ ਦੇ ਦਿਵਾਲੇ ਗੱਡੀ ਬਾੜ ਨਹੀਂ ਉਹ ਰਹਿਣ ਦੇਣੀ, ਆਖਦੇ ਆ ਲੋਕ ਹਿੱਕਾਂ ਠੋਕ ਨਹੀਂ। ਪੀ ਲਿਆ ਹੈ ਖੂਨ ਨਹੀਂ ਤੂੰ ਸੱਚ ਦਿਆਂ ਆਸ਼ਕਾਂ ਦਾ, ਤੈਨੂੰ ਮਿੱਟੀ ਵਿੱਚ ਦੇਵਾਂਗੇ ਮਿਲਾ ਨਹੀਂ ਦਿੱਲੀ, ਇਹ ਮਿੱਟੀ ਵਿੱਚ ਦੇਵਾਂਗੇ ਮਿਲਾ। ਦਿੱਲੀ ਦੀ ਹਕੂਮਤ ਦੀ ਲੋਕਾਂ ਦੀ ਇਹ ਵੈਰ ਨੇ, ਲੋਕ ਹੜ ਲੈ ਜੂਗਾ ਹੜਾ। ਮੋਦੀ ਨੂੰ 56 ਇੰਚ ਕੀ ਛਾਤੀ ਨੂੰ 46 ਦੀ ਕਰ ਲੈਣਾ ਚਾਹੀਦਾ। ਸਮਝ ਲੈਣਾ ਚਾਹੀਦਾ ਵੀ ਲੋਕ ਹੜ ਕੀ ਹੁੰਦਾ। ਹੜ ਦਾ ਮਤਲਬ ਹੁੰਦਾ ਸਾਰਾ ਕੋਈ ਰੇੜ ਕੇ ਲੈ ਜਾਂਦਾ, ਤੇ ਮੋਦੀ ਹਕੂਮਤ ਨੂੰ ਵੀ ਇਹ ਹੜ ਰੇੜ ਕੇ ਜਾਊ। ਇੱਕ ਮੈਂ ਹੋਰ ਗਾਰੰਟੀ ਕਰਦਾ, ਪੰਜਾਬ ਵਾਸੀਆਂ ਨੂੰ ਸੱਦਾ ਦੇਣਾ, ਆਹ ਦਫ਼ਤਰ ਜੇ ਖੋਲ੍ਹਣ ਨੂੰ ਫਿਰਦੇ ਨੇ ਇਹ ਜਿਹੜੇ ਉਹਨਾਂ ਦੇ ਬਣੇ ਚੇਲੇ ਚਾਰਡੇ ਭਾਜਪਾ ਮੋਦੀ ਵਾਲੇ ਦਫ਼ਤਰ, ਕੀ
ਮੈਨੂੰ ਐ ਲੱਗੀ ਜਾਂਦਾ ਵੀ ਇਹ ਘਰ ਹੀ ਰੱਖ ਲੈਣ। ਵਧੀਆ ਲੋਕਾਂ ਨੂੰ ਗੁੱਸਾ ਬਹੁਤ ਆਈ ਜਾਂਦਾ। ਅਸੀਂ ਅਜੇ ਸਮਝਾਏ ਹੋਏ ਨੇ ਇੱਧਰ ਨੂੰ ਦਫ਼ਤਰਾਂ ਵਾਲੀ ਤਾਂ ਭੁੱਲ ਜਾਣ ਤੇ ਵਧੀਆ ਜਿਹੜਾ ਪੰਜਾਬੀ ਭਾਈਚਾਰੇ ਨਾਲ ਰਲ ਕੇ ਭਾਜਪਾ ਤੋਂ ਅਸਤੀਫੇ ਤੂਫੇ ਦੇ ਦੇਣ ਸਾਰੇ, ਪੰਜਾਬੀ ਬਣ ਕੇ ਬਸੀਏ ਤੇ ਰੰਗਲਾ ਪੰਜਾਬ ਜਿਹੜਾ ਸਾਡਾ ਰੰਗਲਾ ਪੰਜਾਬ ਹੀ ਰਹੇ। ਇਹਨੂੰ ਮਤਲਬ ਕੋਈ ਹੋਰ ਇਹੋ ਜਿਹੀ ਆਫਤ ਨਾਲ ਜਿਹੜਾ ਆਪਸ ਵਿੱਚ ਟਕਰਾਅ ਹੋ ਜੇ। ਉਹ ਕਹਿਣਾ ਸੀ ਗੱਦੀ ਜ਼ਰੂਰ ਲੈਣੀ ਹੈ ਭਾਜਪਾ ਵਾਲਿਆਂ ਨੇ, ਸਰਕਾਰ ਗਾਹਾਂ ਜ਼ਰੂਰ ਬਣਾਉਣੀ ਹੈ। ਉਹ ਮੈਨੂੰ ਲੱਗਦਾ ਵੀ ਇਹ ਗੱਲ ਨਹੀਂ ਚੱਲਣੀ ਵੀ ਅੱਗ ਲੈਣ ਵਾਲੀ ਘਰ ਵਾਲੀ ਬਣ ਬੈਠੇ। ਉਹ ਅਸੀਂ ਬਹੁਤ ਸਿਆਣੇ ਆ, ਹੁਣ ਨਹੀਂ ਬਣਨ ਦੇਵਾਂਗੇ। ਜੀ ਜੀ ਮੈਂ ਆਪਣੇ ਅਦਾਰੇ ਵੱਲੋਂ ਵੀ ਆਰਐਮਬੀ ਟੈਲੀਵਿਜ਼ਨ ਵੀ ਤੁਹਾਨੂੰ ਇਹ ਭਰੋਸਾ ਦਿਵਾਉਣਾ ਕਿ ਜਿਵੇਂ ਅਸੀਂ ਪਹਿਲਾਂ ਤੋਂ ਕਿਸਾਨ ਸੰਘਰਸ਼ ਨੂੰ ਲੋਕਾਂ ਦੇ ਰੂਬਰੂ ਕਰਦੇ ਰਹੇ ਹਾਂ, ਅੱਗੇ ਵੀ ਕਿਸਾਨ ਸੰਘਰਸ਼ ਨੂੰ ਲੋਕਾਂ ਦੇ ਰੂਬਰੂ ਕਰਦੇ ਰਹਾਂਗੇ। ਇੱਕ ਕਿਸਾਨ ਆਗੂ ਹੋਣ ਦੇ ਨਾਤੇ ਅਸੀਂ ਤੁਹਾਡਾ ਕੀਮਤੀ ਸਮਾਂ ਅੱਜ ਲਿਆ, ਕਿਉਂਕਿ ਤੁਹਾਡੀ ਜਿਹੜੀ ਗੱਲ ਆ, ਤੁਹਾਡੀ ਗੱਲ ਆ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ, ਤਾਂ ਜੋ ਪਿੰਡਾਂ ਦੇ ਵਿੱਚ ਬੈਠਿਆ ਉਹਨਾਂ ਨੇ 24, 25, 26 ਤਰੀਕ ਨੂੰ ਜਿਹੜਾ ਦਿੱਲੀ ਵੱਲ ਕੂਚ ਕਰਨੀ ਆ ਉਹ ਕਰਨਗੇ, ਵੱਡੇ ਆਪਣੇ ਕਾਫਲੇ ਬਣਾ ਕੇ ਕਰਨਗੇ। ਤੁਸੀਂ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ। ਧਨੇਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖੋ ਮੈਂ ਤੁਹਾਡੇ ਤੋਂ ਆਸਾਨ ਨਹੀਂ ਕੀਤਾ ਕੋਈ, ਤੁਸੀਂ ਆਪਦਾ ਫਰਜ਼ ਨਿਭਾਇਆ। ਮੈਂ ਤਾਂ ਜੀ ਆਇਆਂ ਨੂੰ ਕਹਿਣਾ, ਤੁਹਾਨੂੰ ਤੁਹਾਡੇ ਚੈਨਲ ਨੂੰ ਜੀ ਆਇਆਂ ਕਹਿਣਾ, ਹਨਾ। ਇਹ ਵਧੀਆ ਗੱਲ ਹੈ ਵੀ ਤੁਸੀਂ ਮਤਲਬ ਕਿੱਥੋਂ ਬਠਿੰਡੇ ਤੋਂ ਤੁਰ ਕੇ ਤੁਸੀਂ ਧਨੇਰ ਆਏ। ਮੈਨੂੰ ਲੱਗਦਾ ਵੀ 100 ਕਿਲੋਮੀਟਰ ਤੋਂ ਉੱਤੇ ਹੈ ਤੇ ਮੈਂ ਤਾਂ ਰਜਾਈ ਚੋਂ ਉੱਠ ਕੇ ਤੁਹਾਡੇ ਕੋਲੇ ਆ ਗਿਆ। ਮੈਂ ਤਾਂ ਕੋਈ ਆਸਾਨ ਨਹੀਂ ਕੀਤਾ ਇਹ। ਠੀਕ ਹੈ, ਆਮ ਕਿਸਾਨਾਂ ਸਾਡੀ ਮਤਲਬ ਗੱਲ ਲੈ ਕੇ ਜਾ ਰਹੇ ਹੋ, ਬਹੁਤ ਵਧੀਆ, ਜੀ ਆਇਆਂ ਨੂੰ। ਹੁਣ ਮੱਕੀ ਦੀਆਂ ਰੋਟੀਆਂ ਪੱਕੀਆਂ ਹੋਣਗੀਆਂ, ਸਾਗ ਬਣਿਆ ਹੋਊਗਾ, ਦੇਖਦੇ ਹਾਂ, ਚੱਲ ਕੇ ਖਾਂਦੇ ਹਾਂ। ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮਨਜੀਤ ਸਿੰਘ ਧਨੇਰ ਹੋਰੀ ਸੀ। ਸੋ ਇਹਨਾਂ ਨੇ ਜਿਹੜੀ ਆ ਦਿੱਲੀ ਦੀ ਹਕੂਮਤ ਨੂੰ ਸਿੱਧੀ ਵੰਗਾਰ ਮਾਰੀ ਆ, ਉਸ ਰਾਜੇ ਨੂੰ ਵੰਗਾਰ ਮਾਰੀ ਆ ਜਿਸ ਨੇ ਆਪਣੀ ਪ੍ਰਜਾ ਤੇ ਉੱਤੇ ਜਿਹੜੇ ਆ ਕਾਨੂੰਨ ਥੋਪ ਦਿੱਤੇ ਆ ਤੇ ਉਹਨਾਂ ਨੂੰ ਮੰਨਣ ਦੇ ਲਈ ਕਹਿ ਦਿੱਤਾ ਆ। ਪਰ ਜਿਹੜੀ ਪ੍ਰਜਾ ਆ, ਪ੍ਰਜਾ ਦੇ ਜਿਹੜੇ ਆਗੂ ਨੇ, ਜਿਹੜੇ ਪ੍ਰਜਾ ਨੇ ਆਪਣੇ ਭਰੋਸਾ ਉਹਨਾਂ ਤੇ ਕੀਤਾ ਆ, ਆਗੂ ਖੜੇ ਕੀਤੇ ਆ, ਉਹ ਹੁਣ ਦਿੱਲੀ ਵੱਲ ਨੂੰ ਚੱਲ ਪਏ ਨੇ। ਸੋ ਇਹਨਾਂ ਨੇ ਮੰਗਿਆ ਕੋਈ ਵੱਡੀ ਮੰਗ ਨਹੀਂ, ਇਹਨਾਂ ਦਾ ਮੰਗ ਇਹੀ ਹੈ ਕਿ ਸਾਡੇ ਹੱਕ ਜਿਹੜੇ ਆ ਸਾਨੂੰ ਦਿੱਤੇ ਜਾਣ। 65 ਦਿਨਾਂ ਤੋਂ ਪਿਛਲੇ 65 ਦਿਨਾਂ ਤੋਂ ਜਿਹੜੇ ਆ ਸੜਕਾਂ ਤੇ ਬੈਠ ਕੇ ਹੱਕ ਮੰਗ ਰਹੇ ਆ ਤੇ ਹੁਣ ਦਿੱਲੀ ਦੀ ਹਿੱਕ ਤੇ ਚੜ੍ਹਨ ਦੇ ਲਈ ਤਿਆਰ ਆ। ਨੌਜਵਾਨਾਂ ਦੇ ਨਾਲ, ਕਿਸਾਨਾਂ ਦੇ ਨਾਲ, ਬੀਬੀਆਂ ਭੈਣਾਂ ਦੇ ਨਾਲ ਬੜਾ ਵੱਡਾ ਇਕੱਠ ਆ। ਸੋ ਅਸੀਂ ਅੱਗੇ ਵੀ ਇਸ ਰਿਪੋਰਟ ਦੇ ਨਾਲ ਬਣੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ। ਧੰਨਵਾਦ ਜੀ।